गुड मॉर्निंग एवरीवन, हाउ आर यू ऑल। बेटा अज आप करांगे पंजाबी वार्तक ਸਾਹਿਤਮਾਲਾ च पंजाबी वार्तक लैसन नंबर 3 प्रार्थना, जिहड़ी कि लिखी है डॉक्टर बलवीर सिंह ने। ठीक है, बलवीर सिंह बारे जी जन्म पछाण आप जूम मीटिंग करांगे। तो उस तो पहला एक बार आप लैसन देख ली, थोड़ा लंबा लैसन है, वीडियो च कंप्लीट नहीं होना, कोशिश करांगे कि कंप्लीट हो जाए। चलो शुरू करते हैं। ਤਾਂ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ। ਕਈ ਮੌਕੇ ਆਉਂਦੇ ਹਨ ਜਦੋਂ ਕਿ ਵੱਡੇ ਰਾਠ ਮਨੁੱਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ। ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ ਜਾਂਦਾ ਸੀ। ਇਹ ਮੌਤ ਤੋਂ ਬੇਪਰਵਾਹ ਸੀ। ਜ਼ਹਿਰ ਦਾ ਪਿਆਲਾ ਇਸ ਨੇ ਸ਼ਰਬਤ ਵਾਕਣ ਪੀ ਲਿੱਤਾ ਸੀ। ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ। ਇੱਕ ਥਾਵੇਂ ਉਸ ਨੇ ਕਿਹਾ ਹੈ, ਉਹ ਪਿਆਰੇ ਭੈਣ ਦੇਵਤਾ, ਇਸ ਥਾਂ ਦੇ ਹੋਰ ਸਾਰੇ ਦੇਵਤਿਓ, मेरी ये अर्ज कबूल करो कि मेरे अंदर मेरी रूह सुंदर बन जाए तो मेरिया सारिया बाहरलियां वस्तां इस अंदरली जीव आत्मा के नाल इकसुर हो जाए। तो की कहे आपां नूं कि प्रार्थना च आपां नूं पता ही है कि गल कर रहे हैं, जिहड़ी आपां कि परमात्मा अगे अपनी प्रेयर करते हैं, है ना। इंग्लिश आपां प्रेयर बोल दिंदे आ, तो पंजाबी च उहनूं आपां प्रार्थना बोल दिंदे आ। तो बंदे लिए ये चीज़ उन्नी जरूरी है कि जिन्ने कोई राठ किहड़ा हुंदा, जिहड़ा राजा हुंदा बेपरवाह हुंदा, तो ਉਹਦੇ ਲਈ ਵੀ ਕੀ ਹੈ, ਕਈ ਵਾਰੀ ਆਸਰਾ ਨਹੀਂ ਰਹਿ ਜਾਂਦਾ, ਹੈ ਨਾ। ਤਾਂ ਉਹਨੂੰ ਵੀ ਕੀ ਹੈ ਕਿ ਅਰਦਾਸ ਤੋਂ ਇਲਾਵਾ ਉਹਦੇ ਵਾਸਤੇ ਕੋਈ ਹੋਰ ਰਸਤਾ ਨਹੀਂ ਹੁੰਦਾ। ਜਦੋਂ ਪਰਮਾਤਮਾ ਅੱਗੇ ਅਰਦਾਸ ਕਰਦਾ, ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਤਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ। ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ। ਤਾਂ ਸਭ ਤੋਂ ਸਿਆਣਾ ਆਦਮੀ ਜਿਹੜਾ ਸੁਕਰਾਤ ਸੀਗਾ, ਜਿਹੜਾ ਮੌਤ ਤੋਂ ਬੇਪਰਵਾਹ ਸੀ, ਉਹਨੇ ਜ਼ਹਿਰ ਦਾ ਪਿਆਲਾ ਵੀ ਇਸ ਤਰ੍ਹਾਂ ਪੀ ਲਿਆ ਸੀ ਜਿਵੇਂ ਕਿ ਸ਼ਰਬਤ ਪੀ ਰਿਹਾ। ਤਾਂ ਉਹ ਆਦਮੀ ਵੀ ਕੀ ਹੈ, ਅਰਦਾਸ ਦਾ ਕਾਇਲ ਸੀ। ਕਾਇਲ ਮਤਲਬ ਮੁਰੀਦ ਹੋਣਾ, ਕਿਸੇ ਚੀਜ਼ ਦੇ ਪੱਖ 'ਚ ਹੋਣਾ। ਤਾਂ ਉਹਨੇ ਕਿਹਾ ਵੀ ਸੀਗਾ ਇੱਕ ਥਾਂ 'ਤੇ ਕਿ ਉਹ ਪਿਆਰੇ ਪੈਨ ਦੇਵਤਾ ਅਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਓ, ਮੇਰੀ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ। ਤਾਂ ਉਹਨੇ ਕਿ ਸਾਰੇ ਦੇਵਤਿਆਂ ਨੂੰ ਇਹ ਅਰਦਾਸ ਕੀਤੀ ਸੀ ਕਿ ਜਿਹੜੀ ਮੇਰੇ ਅੰਦਰ ਜਿਹੜੀ ਮੇਰੀ ਰੂਹ ਹੈਗੀ ਹੈ, ਜਿਹੜੀ ਮੇਰੀ ਆਤਮਾ, ਉਹ ਵੀ ਸੁੰਦਰ ਬਣ ਜੇ। ਅਤੇ ਜਿਹੜੀਆਂ ਮੇਰੀਆਂ ਬਾਹਰਲੀਆਂ ਚੀਜ਼ਾਂ ਨੇ, ਬਾਹਰਲੀਆਂ ਵਸਤਾਂ ਨੇ, ਜਿਹਨਾਂ ਨਾਲ ਮੈਂ ਰਿਲੇਟਡ ਹਾਂ, ਜਿਹਨਾਂ ਨਾਲ ਮੈਂ ਸੰਬੰਧਿਤ ਹਾਂ, ਉਹ ਵੀ ਕੀ ਹੈ, ਮੇਰੀ ਆਤਮਾ ਦੇ ਨਾਲ ਇੱਕ ਸੁਰ ਹੋ ਜਾਣ। ਮਤਲਬ ਕੀ ਹੈ, ਮੇਰੇ ਨਾਲ ਇਕੱਠੀਆਂ ਹੋ ਜਾਣ, ਇੱਕੋ ਸੁਰ ਦੇ ਵਿੱਚ ਹੋ ਜਾਣ। ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਾਰੀਆਂ ਰੀਤਾਂ ਰਸਮਾਂ ਦੀ ਥਾਵੇਂ ਸਿੱਖ ਦੀ ਇੱਕ ਅਰਦਾਸ ਕਾਫੀ ਹੈ। ਸਾਰੇ ਪਰਮਾਰਥਕ ਸਾਧਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਜ਼ਰੂਰਤ ਹਰ ਸੰਸਾਰਕ ਮੌਕੇ ਉੱਪਰ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ ਕੋਈ ਵੀ ਅਵਸਰ ਨਹੀਂ ਹੈ ਜੋ ਸਿੱਖ ਲਈ ਬਿਨ ਅਰਦਾਸ ਤੋਂ ਹੋਵੇ। ਤਾਂ ਕੀ ਹੈ, ਤਾਂ ਸਿੱਖ ਧਰਮ ਦੇ ਵਿੱਚ ਇੱਕ ਖਾਸ ਅਹਿਮੀਅਤ ਹੈ। ਆਪਾਂ ਜਦੋਂ ਵੀ ਕੀ ਹੈ, ਕਈ ਵਾਰੀ ਆਪਾਂ ਕੀ ਹੈ, ਘਰੇ ਅਖੰਡ ਪਾਠ ਰਖਾ ਲੈਂਦੇ ਹਾਂ। ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਪਤਾ ਹੀ ਹੋਣਾ ਕਿ ਜਦੋਂ ਆਪਾਂ ਅਖੰਡ ਪਾਠ ਰਖਾਉਂਦੇ ਹਾਂ, ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ, ਆਪਾਂ ਕੀ ਪਹਿਲਾਂ ਅਰਦਾਸ ਕਰਦੇ ਹਾਂ, ਫਿਰ ਆਪਾਂ ਗ੍ਰੰਥ ਸਾਹਿਬ ਘਰੇ ਲੈ ਕੇ ਆਉਂਦੇ ਹਾਂ। ਜਦੋਂ ਘਰੇ ਲੈ ਕੇ ਰੱਖਦੇ ਆਪਾਂ ਉਸ ਤੋਂ ਬਾਅਦ ਫਿਰ ਅਰਦਾਸ ਕਰਦੇ ਹਾਂ, ਹੈ ਨਾ। ਅਤੇ ਜਦੋਂ ਭੋਗ ਪੈਂਦਾ ਉਸ ਤੋਂ ਬਾਅਦ ਫਿਰ ਅਰਦਾਸ ਕਰਦੇ ਹਾਂ। ਜਾਂ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ, ਆਪਾਂ ਉਦੋਂ ਅਰਦਾਸ ਕਰਦੇ ਹਾਂ। ਤਾਂ ਸਿੱਖ ਧਰਮ ਦੇ ਵਿੱਚ ਜਿਹੜੀ ਅਰਦਾਸ ਹੈਗੀ ਹੈ, ਉਹ ਕੀ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਤਾਂ ਆਪਾਂ ਕੀ ਹੋਰ ਭਾਵੇਂ ਸਾਰੀਆਂ ਰੀਤਾਂ ਰਸਮਾਂ ਛੱਡ ਦਈਏ, ਪਰ ਆਪਾਂ ਅਰਦਾਸ ਨਹੀਂ ਛੱਡ ਸਕਦੇ। ਕਿਉਂਕਿ ਅਰਦਾਸ ਦੇ ਵਿੱਚ ਕੀ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਸੰਨ 1893 ਵਿੱਚ ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਵੱਜਦਾ ਹੈ। ਮੁੱਢ ਵੱਜਦਾ ਮਤਲਬ ਕਿ ਸਥਾਪਿਤ ਹੁੰਦੀ ਹੈ, ਬਣਦੀ ਹੈ। ਇਹ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਯਤਨਾਂ ਦੇ ਪ੍ਰਯਤਨ ਦਾ ਸਿੱਟਾ ਹੈ। ਇਸ ਦਾ ਪਹਿਲਾ ਟਰੈਕਟ ਜੋ ਛਪਿਆ, ਉਸ ਦਾ ਨਾਮ ਪ੍ਰਾਰਥਨਾ ਹੈ। ਤਾਂ ਭਾਈ ਵੀਰ ਸਿੰਘ ਜੀ ਨੇ 1893 ਦੇ ਵਿੱਚ ਇੱਕ ਟਰੈਕਟਰ ਸੁਸਾਇਟੀ ਬਣਾਈ ਸੀਗੀ। ਤਾਂ ਉਹਦਾ ਕੀ ਸੀਗਾ ਜੋ ਪਹਿਲਾ ਪੰਨਾ ਛਪਿਆ ਸੀ, ਜਾਂ ਕੀ ਹੈ ਪਹਿਲਾ ਟਰੈਕਟ ਮਤਲਬ ਕੀ ਹੈ, ਜਿਹੜੀ ਪਹਿਲਾ ਖਰੜਾ ਤਿਆਰ ਹੋਇਆ ਹੈਗਾ, ਪਹਿਲੀ ਪੁਸਤਕ ਜਾਂ ਪਹਿਲਾ ਪੇਜ, ਤਾਂ ਉਹਨੂੰ ਆਪਾਂ ਕੀ ਬੋਲਦਾ, ਉਹ ਕੀ ਸੀਗਾ, ਉਹ ਉਸ ਦਾ ਨਾਮ ਪ੍ਰਾਰਥਨਾ ਸੀਗਾ। ਜੋ ਪਹਿਲਾ ਖਰੜਾ ਤਿਆਰ ਹੋਇਆ ਸੀਗਾ, ਉਹਨੂੰ ਕੀ ਬੋਲੇ, ਨਾਮ ਦਿੱਤੇ ਉਹਨੇ ਪ੍ਰਾਰਥਨਾ। ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ, ਪਰੰਤੂ ਸੰਕੇਤਕ ਤੌਰ 'ਤੇ ਦੱਸਿਆ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ। ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਇਸ ਅਰਦਾਸ ਤੋਂ ਹੀ ਹੁੰਦਾ ਹੈ। ਤਾਂ ਕੀ ਹੈ, ਉਹਨਾਂ ਨੇ ਕੀ ਕਿਹਾ ਸੀਗਾ ਭਾਈ ਵੀਰ ਸਿੰਘ ਨੇ ਕਿ ਸਿਰਫ ਅਰਦਾਸ ਦੀ ਜ਼ਰੂਰਤ ਨਹੀਂ ਦਰਸਾਈ ਗਈ, ਕਿ ਸੰਕੇਤਿਕ ਤੌਰ 'ਤੇ ਕਿਸੇ ਦਾ ਕੰਮ ਵੀ, ਕੋਈ ਵੀ ਆਪਾਂ ਜੇ ਕੰਮ ਕਰਦੇ, ਜੋ ਆਪਾਂ ਸ਼ੁਰੂਆਤ ਕਰਨੀ ਹੈ, ਆਰੰਭ ਕਰਨਾ, ਤਾਂ ਕਿਤੋਂ ਹੁੰਦਾ, ਅਰਦਾਸ ਤੋਂ ਹੁੰਦਾ। ਤਾਂ ਜਿਹੜੀ ਟਰੈਕਟਰ ਸੁਸਾਇਟੀ ਬਣੀ ਸੀ, ਖਾਲਸਾ ਟਰੈਕਟ ਸੁਸਾਇਟੀ, ਤਾਂ ਉਹਦਾ ਵੀ ਕੀ ਹੈ, ਮੁੱਢ ਮਤਲਬ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ, ਅਰਦਾਸ ਤੋਂ ਹੁੰਦੀ ਹੈ। ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ ਕੀ ਅਰਦਾਸ ਸੁਣੀ ਜਾਂਦੀ ਹੈ, ਕੀ ਅਰਦਾਸ ਦਾ ਉੱਤਰ ਮਿਲਦਾ ਹੈ? ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ। ਅਰਦਾਸ ਫਰਜ਼ ਹੈ ਅਤੇ ਉੱਤਰ ਗੈਰ ਜ਼ਰੂਰੀ ਹੈ। ਤਾਂ ਕੀ ਹੈ, ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਤਾਂ ਹਰੇਕ ਚੀਜ਼ ਦੇ ਵਿੱਚ ਕੀ ਤਰਕ ਭਾਲਦੇ ਨੇ,
ਕਿ ਇਹ ਚੀਜ਼ ਕਿਉਂ ਹੋ ਰਹੀ ਹੈ, ਕਾਹਦੇ ਵਾਸਤੇ ਹੋ ਰਹੀ ਹੈ, ਕਿਵੇਂ ਹੋ ਰਹੀ ਹੈ ਨਾ। ਤਾਂ ਉਵੇਂ ਕੀ ਹੈ, ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਕੀ ਪੁੱਛਦੇ ਨੇ ਕਿ ਜਿਹੜੀ ਅਰਦਾਸ ਆ ਉਹ ਸੁਣੀ ਜਾਂਦੀ ਮਤਲਬ ਜਾਂ ਜਿਹੜੇ ਆਸੇ ਪਾਸੇ ਖੜੇ ਨੇ ਉਹ ਸੁਣਦੇ ਨੇ ਜਾਂ ਪਰਮਾਤਮਾ ਸੁਣਦਾ। ਤਾਂ ਕੀ ਅਰਦਾਸ ਦਾ ਉੱਤਰ ਮਿਲਦਾ ਜਿਹੜੀ ਆਪਾਂ ਅਰਦਾਸ ਕਰਦੇ ਉਹਦਾ ਕੀ ਆਪਾਂ ਨੂੰ ਉੱਤਰ ਮਿਲਦਾ। ਤਾਂ ਇਹਨਾਂ ਨੇ ਕੀ ਕਿਹਾ ਕਿ ਸ਼ਾਇਦ ਮਿਲਦਾ ਹੋਵੇ। ਉੱਤਰ ਕਹਿੰਦੇ ਨੇ ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਹੀ ਨਹੀਂ ਹੈ। ਅਰਦਾਸ ਕੀ ਆਪਣਾ ਫਰਜ਼ ਹੈ, ਉੱਤਰ ਕੀ ਹੈ ਗੈਰ ਜ਼ਰੂਰੀ ਹੈ। ਉੱਤਰ ਨਾ ਵੀ ਹੋਵੇ ਤਾਂ ਵੀ ਕੋਈ ਨਹੀਂ, ਆਪਾਂ ਨੂੰ ਚੱਲ ਜਾਂਦਾ ਕੰਮ। ਔਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ। ਔਸਕਰ ਵਾਈਲਡ ਇੱਕ ਬਹੁਤ ਮਸ਼ਹੂਰ ਸ਼ਖਸ ਹੋਇਆ ਜਿਹੜਾ, ਉਹਨੇ ਕੀ ਲਿਖਿਆ ਸੀਗਾ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਅਰਦਾਸ ਨਹੀਂ ਰਹਿੰਦੀ, ਉਹ ਖਤੋ ਕਿਤਾਬਤ ਦਾ ਸਿਲਸਿਲਾ बढ़ ਜਾਂਦੀ ਹੈ। ਤਾਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੀ ਅਰਦਾਸ ਹੈ ਨਾ, ਇਹਦਾ ਉੱਤਰ ਨਹੀਂ ਹੋਣਾ ਚਾਹੀਦਾ। ਜੇ ਆਪਾਂ ਨੂੰ ਉਸ ਚੀਜ਼ ਦਾ ਉੱਤਰ ਹੀ ਮਿਲ ਗਿਆ ਫਿਰ ਅਰਦਾਸ ਕਾਹਦੀ ਹੋਈ। ਅਰਦਾਸ ਕੀ ਆਪਾਂ ਪਰਮਾਤਮਾ ਨੂੰ ਕਰਦੇ ਹਾਂ, ਆਪਾਂ ਸੱਚੇ ਮਨ ਨਾਲ ਕਰਦੇ। ਜੇ ਆਪਾਂ ਨੂੰ ਉਹਦਾ ਮਤਲਬ ਸਮਝ ਆ ਗਏ, ਮਤਲਬ ਇੱਥੋਂ ਅਰਥਾਤ ਲਿਆ ਗਿਆ ਕਿ ਜਿਹੜੀ ਆਪਾਂ ਅਰਦਾਸ ਕਰੀਏ, ਜੇ ਆਪਾਂ ਨੂੰ ਕੀ ਹੈ ਪਤਾ ਲੱਗ ਜੇ ਕਿ ਉਹਦਾ ਕੀ ਹੈ, ਜਿਹੜੀ ਆਪਣੀ ਅਰਦਾਸ ਸੁਣੀ ਜਾ ਚੁੱਕੀ ਹੈ, ਤਾਂ ਆਪਾਂ ਕੀ ਕਰਦੇ ਹਾਂ ਉਸ ਚੀਜ਼ ਨੂੰ। ਪਰਮਾਤਮਾ ਨੇ ਆਪਣੀ ਅਰਦਾਸ ਸੁਣ ਲਈ ਤਾਂ ਆਪਾਂ ਕੀ ਕਰਾਂਗੇ ਕਿ ਆਪਾਂ ਫਿਰ ਉਸ ਚੀਜ਼ ਨੂੰ ਦੁਬਾਰੇ ਕਰਾਂਗੇ। ਫਿਰ ਕੀ ਆਪਾਂ ਨੂੰ ਉਹ ਜਿਹੜੀ ਅਰਦਾਸ ਹੁੰਦੀ ਆਪਣੀ ਸੱਚੀ ਅਰਦਾਸ ਨਹੀਂ ਰਹਿੰਦੀ, ਫਿਰ ਆਪਾਂ ਕੀ ਉਹ ਲਾਲਚ ਨਾਲ ਕਰਦੇ ਜਦੋਂ ਦੁਬਾਰਾ ਕਰਾਂਗੇ। ਇਹ ਖਤੋ ਕਿਤਾਬਾਂ ਦਾ ਸਿਲਸਿਲਾ ਬਣ ਜਾਂਦਾ। ਖਤੋ ਕਿਤਾਬਾਂ ਦਾ ਮਤਲਬ ਕੀ ਹੈ, ਇਹ ਕੀ ਹੈ ਇੱਕ ਲਾਲਚ ਦਾ ਸਿਲਸਿਲਾ ਬਣ ਜਾਂਦਾ। ਸਿਲਸਿਲਾ ਮਤਲਬ ਕੀ ਹੈ ਲਗਾਤਾਰ ਚੱਲਣ ਵਾਲੀ ਭਾਵ ਲੜੀ, ਤਾਂ ਉਸ ਚੀਜ਼ ਦਾ ਇਹ ਸਿਲਸਿਲਾ ਬਣ ਜਾਂਦਾ। ਤਾਂ ਇਸ ਲਿਹਾਜ਼ ਵਿੱਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਹੈ। ਜਿਹੜੀ ਸਿੱਖਾਂ ਦੀ ਅਰਦਾਸ ਹੈ ਬਿਲਕੁਲ ਨਿਰਾਲੀ, ਮਤਲਬ ਕਿ ਅਨੋਖੀ ਹੈ। ਇਹ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ, ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ। ਤਾਂ ਕੀ ਹੈ, ਜੇ ਜਦੋਂ ਆਪਾਂ ਸਿੱਖ ਧਰਮ ਦੇ ਵਿੱਚ ਅਰਦਾਸ ਕਰਦੇ ਹਾਂ ਤਾਂ ਆਪਾਂ ਕੀ ਆਪਣੀ ਪਰਿਵਾਰ ਦੇ ਲਈ, ਆਪਣੇ ਘਰ ਦੇ ਲਈ ਅਰਦਾਸ ਕਰਦੇ ਹਾਂ। ਜਦੋਂ ਅਰਦਾਸ ਖਤਮ ਹੁੰਦੀ ਹੈ ਤਾਂ ਉਹਦੇ ਵਿੱਚ ਆਪਾਂ ਕੀ ਬੋਲਿਆ, ਸਰਬੱਤ ਦਾ ਭਲਾ। ਸਰਬੱਤ ਦਾ ਮਤਲਬ ਕਿ ਸਾਰਿਆਂ ਦੇ ਭਲੇ ਦੀ, ਆਪਾਂ ਸਾਰੀ ਮਨੁੱਖਤਾ ਦੇ ਭਲੇ ਦੀ ਆਪਾਂ ਗੱਲ ਕਰਦੇ ਹਾਂ। ਉਹਦੇ ਵਿੱਚ ਸਿੱਖ ਦੀ ਅਰਦਾਸ ਤਦੇ ਹੀ ਸਫਲ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਲੀਨ ਹੋਣਾ ਮਤਲਬ ਕੀ ਹੈ, ਮਸਤ ਹੋ ਜਾਣਾ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਲਸਰੂਪ ਹੈ। ਤਾਂ ਸਿੱਖ ਦੀ ਅਰਦਾਸ ਕਦੋਂ ਸਫਲ ਮਤਲਬ ਕੀ ਹੈ, ਉਹ ਕਦੋਂ ਮੰਨੀ ਜਾ ਸਕਦੀ ਹੈ ਜਾਂ ਕਦੋਂ ਪ੍ਰਵਾਨਿਤ ਹੁੰਦੀ ਹੈ, ਜਦੋਂ ਕਿ ਆਪਣੀਆਂ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਪਰ ਉੱਠ ਕੇ ਤਾਂ ਕੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ। ਮਤਲਬ ਕਿ ਸਾਰਿਆਂ ਦਾ ਭਲਾ ਮੰਗਣ ਲੱਗ ਜੇ, ਹੈ ਨਾ। ਆਪਣੀ ਜਿਹੜੀ ਹੈਗੀ ਹੈ ਮੈਂ ਛੱਡ ਕੇ ਸਾਰਿਆਂ ਦਾ ਕੀ ਹੈ, ਸਾਰਿਆਂ ਲਈ ਉਹ ਭਲਾ ਮੰਗੇ, ਤਾਂ ਉਹਦੀ ਕੀ ਅਰਦਾਸ ਹੈ ਕਿ ਉਹ ਸਫਲ ਹੋ ਜਾਂਦੀ ਹੈ। ਸਿੱਖ ਲਈ ਅਰਦਾਸ ਦੀ ਚੜ੍ਹਦੀ ਕਲਾ ਦਾ ਸਾਧਨ ਹੈ। ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿ ਸੁਭਾਅ ਦਾ ਯਤਨ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ, ਜਾਂ ਐਂ ਕਹੋ ਕਿ ਸਰਬੱਤ ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ। ਤਾਂ ਕੀ ਹੁੰਦਾ ਕਿ ਜਿਹੜੀ ਚੜ੍ਹਦੀ ਕਲਾ ਕਿਵੇਂ ਹੈ ਕਿ ਛੋਟੇ ਹੋਣ ਦੇ ਸਹਿਬ ਸੁਭਾਅ ਦਾ ਯਤਨ ਹੈ। ਆਪਣੇ ਛੋਟੇ ਤੋਂ ਜਦੋਂ ਵੱਡੇ ਹੁੰਦੇ ਆਪਣੇ ਸਹਿਬ ਸੁਭਾਅ ਮਤਲਬ ਕੀ ਹੁੰਦਾ ਕਿ ਆਪਣੇ ਆਪ ਹੋ ਜਾਂਦੀ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ, ਜਾਂ ਇਹ ਕਹੋ ਕਿ ਸਰਬੱਤ ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ। ਤਾਂ ਕਿ ਜਦੋਂ ਆਪਾਂ ਅਰਦਾਸ ਕਰਦੇ, ਜਦੋਂ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ, ਜਦੋਂ ਆਪਾਂ ਉਸ ਚੀਜ਼ ਨੂੰ ਸਮਝਦੇ ਹਾਂ ਤਾਂ ਆਪਣੇ 'ਤੇ ਕੀ ਹੈ, ਜਿਹੜੇ ਆਪਣੇ ਛੋਟੇ ਹੋਣ ਕਰਕੇ ਜਿਹੜੇ ਆਪਣੇ ਨੁਕਸ ਹੁੰਦੇ ਨੇ ਉਹ ਕਿ ਸਾਰੇ ਦੂਰ ਹੋ ਜਾਂਦੇ ਨੇ। ਕਿਹੜੇ ਨੁਕਸ ਨੇ? ਸਾਡਾ ਨਿਕਾਰਾਪਨ, ਸਾਡਾ ਕਮੀਨਾਪਨ, ਸਾਡਾ ਛੁੱਟ ਦਿਲਾਪਨ, ਸਾਡਾ ਵੱਖਰਾਪਨ। ਇਹਨਾਂ ਸਭਨਾਂ ਤੋਂ ਇਸ ਤਰ੍ਹਾਂ ਖਹਿੜਾ ਛੁੱਟ ਜਾਂਦਾ ਹੈ ਕਿ ਮਨੁੱਖ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ, ਜਿਸ ਤਰ੍ਹਾਂ ਉਹ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ। ਤਾਂ ਕੀ ਉਹ ਇਹਨਾਂ ਜਿਹੜੇ ਨੁਕਸ ਨੇ, ਜਿਹੜੇ ਨਿਕਾਰਾਪਨ, ਕਮੀਨਾਪਨ, ਛੁੱਟ ਦਿਲਾਪਨ, ਤਾਂ ਮਤਲਬ ਕਿ ਜਿਹੜੀ ਉਹਦੇ 'ਚ ਹਉਮੈ ਹੁੰਦੀ ਹੈ ਉਹ ਖਤਮ ਹੋ ਜਾਂਦੀ। ਜਦੋਂ ਇਸ ਤੋਂ ਖਹਿੜਾ ਛੁੱਟ ਜਾਂਦਾ, ਮਤਲਬ ਕਿ ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ, ਤਾਂ ਉਹ ਇੰਨਾ ਕੀ ਸਿਆਣਾ ਹੋ ਜਾਂਦਾ ਹੈ ਕਿ ਜਿਵੇਂ ਆਪਾਂ ਕੀ ਹੈ ਬੰਦਾ ਵੱਡਾ ਹੁੰਦਾ, ਜਿਹੜੇ ਛੋਟੇ ਹੁੰਦੇ ਜਿਹੜੇ ਕੱਪੜੇ ਹੁੰਦੇ ਨੇ ਆਪਾਂ ਨੂੰ ਕੀ ਪੀੜੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਉਸੇ ਤਰ੍ਹਾਂ ਕੀ ਜਿਹੜੀ ਆਪਣੀ ਇਹ ਜਿਹੜੀਆਂ ਨਕਾਰਾਂ ਚੀਜ਼ਾਂ ਨੇ ਉਹ ਆਪਣੇ 'ਚੋਂ ਖਤਮ ਹੋ ਜਾਂਦੀਆਂ ਨੇ, ਪੀੜੀਆਂ ਹੋ ਜਾਂਦੀਆਂ ਨੇ, ਫਿਰ ਆਪਾਂ ਉਹਨਾਂ ਦੇ ਕਾਬਿਲ ਨਹੀਂ ਰਹਿੰਦੇ, ਮਤਲਬ ਕਿ ਜਾਂ ਉਹ ਚੀਜ਼ਾਂ ਆਪਣੇ ਕਾਬਿਲ ਨਹੀਂ ਰਹਿੰਦੀਆਂ। ਇਸ ਦਾ ਨਾਮ ਚੜ੍ਹਦੀ ਕਲਾ ਹੈ ਜੋ ਸਰਬੱਤ ਦੇ ਭਲੇ ਦੀ ਭਾਵਲੀਨਤਾ ਤੋਂ ਤਤਖਿਣ ਪ੍ਰਾਪਤ ਹੁੰਦੀ ਹੈ। ਤਾਂ ਇਹਨੂੰ ਆਪਾਂ ਚੜ੍ਹਦੀ ਕਲਾ ਕਹਿੰਦੇ ਹਾਂ ਕਿ ਜਦੋਂ ਆਪਾਂ ਕੀ ਹੈ ਸਾਰਿਆਂ ਦੀ ਭਲਾਈ ਮੰਗਣ ਲੱਗ ਜਾਂਦੇ ਹਾਂ। ਮਾਇਆ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣ 'ਤੇ ਮਨੁੱਖ ਦਾ ਇੱਕ ਸਰਬੱਤ ਪੁਰਖ ਹੋ ਕੇ ਨਿਸ਼ਪਾਪ ਉੱਠ ਜਾਣ ਦਾ ਨਾਮ ਚੜ੍ਹਦੀ ਕਲਾ ਹੈ। ਇਸ ਅਵਸਥਾ ਦੀ ਪੂਰਨਤਾ ਹੀ ਸਿੱਖ ਅਰਦਾਸ ਦੀ ਕਰਾਮਾਤ ਹੈ। ਮਾਇਆ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣ 'ਤੇ ਮਨੁੱਖ ਦਾ ਇੱਕ ਸਰਬੱਤ ਪੁਰਖ ਹੋ ਕੇ ਨਿਸ਼ਪਾਪ, ਮਤਲਬ ਕੀ ਹੈ ਜਦੋਂ ਮਾਇਆ ਦੇ ਬੰਧਨ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ, ਇੱਕ ਸਰਬੱਤ ਪੁਰਖ ਹੋ ਜਾਂਦਾ, ਨਿਸ਼ਪਾਪ ਹੋ ਜਾਂਦਾ, ਮਤਲਬ ਕਿ ਉਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੋ ਜਾਂਦਾ ਹੈ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਉਹ ਚੜ੍ਹਦੀ ਕਲਾ ਦਾ ਇੱਕ, ਠੀਕ ਹੈ, ਉਹਨੂੰ ਆਪਾਂ ਚੜ੍ਹਦੀ ਕਲਾ ਕਹਿ ਸਕਦੇ ਹਾਂ। ਅਤੇ ਇਹੀ ਜਿਹੜੀ ਹੈ ਸਿੱਖ ਦੀ ਪੂਰਨਤਾ ਦੀ, ਸਿੱਖ ਅਰਦਾਸ ਦੀ ਕਰਾਮਾਤ ਹੈ। ਤਾਂ ਇਹੀ ਜਿਹੜੀ ਆਪਣੀ ਕਰਾਮਾਤ ਹੈ ਅਰਦਾਸ ਦੀ।
ਸਾਡੀ ਸੁਗਿਆਤ ਯਾਨੀ ਕਿ ਸੌਖ ਲਈ ਸ਼੍ਰੀਮਾਨ ਭਾਈ ਸਾਹਿਬ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਕਿਸ ਪ੍ਰਕਾਰ ਦਾ ਅਲੰਕਾਰ ਪਹਿਲੇ ਟਰੈਕਟ ਵਿੱਚ ਬੱਧਾ ਹੈ, ਜੋ ਸਨ 1893 ਦੇ ਕਰੀਬ ਉਹਨਾਂ ਨੇ ਲਿਖਿਆ। ਆਪ ਦੀ ਭੇਂਟ ਕਰਦੇ ਹਾਂ ਤਾਂ 1893 ਦੇ ਵਿੱਚ ਉਹਨਾਂ ਨੇ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਛ ਲਾਈਨਾਂ ਲੈ ਕੇ ਜਾਂ ਕੁਛ ਤੁਕਾਂ ਲੈ ਕੇ ਕੁਛ ਗੁਰਬਾਣੀ ਦੀਆਂ ਉਹਨਾਂ ਨੇ ਉਸ ਟਰੈਕਟ ਦੇ ਵਿੱਚ ਬੱਧਾ ਸੀ, ਮਤਲਬ ਲਿਖਿਆ ਸੀ। ਉਹ ਕੀ ਲਿਖਿਆ ਸੀ ਉਹਨਾਂ ਨੇ, ਜੋ ਲੋਕ ਆਪ ਨੂੰ ਇਹ ਸ਼ੰਕਾ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ ਇਸ ਦੇ ਪੜ੍ਹਨ ਤੋਂ, ਤਾਂ ਇਸ ਦਾ ਉੱਤਰ ਆਪ ਨੂੰ ਇੱਕ ਅਤੀ ਸਿੱਖਿਆਦਾਇਕ ਪ੍ਰਸੰਗ ਦੁਆਰਾ ਸਾਖਿਆਤ ਹੋ ਜਾਵੇਗਾ। ਮਤਲਬ ਕਿ ਜਿਹੜੇ ਲੋਕ ਆਪਾਂ ਨੂੰ ਕਹਿੰਦੇ ਨੇ ਜਾਂ ਸ਼ੰਕਾ ਪਾਉਂਦੇ ਨੇ, ਸ਼ੰਕਾ ਮਤਲਬ ਕਿ ਆਪਾਂ ਨੂੰ ਉਸ ਚੀਜ਼ ਤੋਂ ਸ਼ੱਕ ਦਿਵਾਉਂਦੇ ਆ, ਸੰਦੇਹ ਵਿੱਚ ਪਾਉਂਦੇ ਨੇ ਕਿ ਜਿਹੜੀ ਪ੍ਰਾਰਥਨਾ ਕਰਦੇ ਆਪਾਂ ਉਹ ਤਾਂ ਵਿਅਰਥ ਹੈ, ਉਹਦਾ ਕੋਈ ਅਰਥ ਹੀ ਨਹੀਂ ਹੈਗਾ। ਤਾਂ ਇਹ ਜਿਹੜੀਆਂ ਲਾਈਨਾਂ ਦਿੱਤੀਆਂ ਨੇ, ਜਿਹੜੀਆਂ ਲਿਖੀਆਂ ਨੇ, ਇਹਨਾਂ ਤੋਂ ਆਪਾਂ ਨੂੰ ਕੀ ਸਪਸ਼ਟ ਹੋ ਜਾਏਗਾ ਕਿ ਆਪਾਂ ਨੂੰ ਕੀ ਹੈ ਜਿਹੜੀ ਅਰਦਾਸ ਕਰਨੀ ਚਾਹੀਦੀ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸਤਾ। ਇਹ 'ਚ ਕੀ ਕਹਿੰਦੇ ਨੇ, ਤੂੰ ਠਾਕੁਰ ਕਿ ਹੇ ਪ੍ਰਭੂ ਤੂੰ ਮਾਲਿਕ ਹੈ, ਠਾਕੁਰ ਮਤਲਬ ਮਾਲਿਕ ਹੈ ਤੂੰ, ਤੁਮ ਪੈ ਅਰਦਾਸ, ਅਤੇ ਸਾਡੇ ਜੀਵਾਂ ਦੀ ਅਰਦਾਸ ਤੇਰੇ ਅੱਗੇ, ਜਿੰਨੇ ਅਸੀਂ ਅਰਦਾਸ ਹਾਂ ਹੇ ਪਰਮਾਤਮਾ, ਹੇ ਪ੍ਰਭੂ, ਹੇ ਮਾਲਿਕ, ਜਿੰਨੇ ਅਸੀਂ ਜੀਵ ਹਾਂ ਸਾਡੀ ਸਾਰਿਆਂ ਦੀ ਅਰਦਾਸ ਤੇਰੇ ਅੱਗੇ ਹੈ। ਜੀਓ ਪਿੰਡ ਸਭ ਤੇਰੀ ਰਾਸ, ਇਹ ਜਿੰਦ ਅਤੇ ਸਰੀਰ ਜਿਹੜਾ ਕਿ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਸਭ ਤੇਰੀ ਹੀ ਬਖਸ਼ਿਸ਼ ਹੈ। ਸਭ ਤੇਰੀ ਰਾਸ ਮਤਲਬ ਕਿ ਸਭ ਤੇਰੀ ਹੀ ਬਖਸ਼ਿਸ਼ ਹੈ। ਪਿੰਡ ਮਤਲਬ ਪਿੰਡਾ, ਸਰੀਰ ਹੈ ਨਾ, ਜਿਹੜਾ ਆਪਾਂ ਨੂੰ ਪਿੰਡਾ ਜਾਂ ਸਰੀਰ ਜਿਹੜਾ ਤੁਸੀਂ ਵੀ ਸਾਨੂੰ ਦਿੱਤਾ ਹੋਇਆ ਹੈ, ਸਾਡਾ ਜਿਹੜਾ ਪਿੰਡਾ ਹੈ, ਇਹ ਸਭ ਕੀ ਹੈ, ਤੇਰੀ ਹੀ ਬਖਸ਼ਿਸ਼ ਹੈ ਪਰਮਾਤਮਾ। ਪ੍ਰਾਰਥਨਾ ਵਿਸ਼ੇਪੁਰ ਇੱਕ ਮਨੋਹਰ ਵਾਰਤਾ, ਇੱਕ ਹੋਰ ਲਾਈਨਾਂ ਲਿਖੀਆਂ ਨੇ, ਮਨੋਹਰ ਵਾਰਤਾ ਮਤਲਬ ਕਿ ਬਹੁਤ ਸੁੰਦਰ ਜਾਂ ਸੋਹਣੀ ਵਾਰਤਾ। ਮਨੋਹਰ ਕੀ ਹੁੰਦਾ, ਸੋਹਣਾ ਜਾਂ ਸੁੰਦਰ, ਵਾਰਤਾ ਜਾਂ ਵਰਣਨ ਕਹਿ ਸਕਦੇ ਆਪਾਂ ਨਾ। ਸਦਾ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੀ ਆਧਾਰੀ, ਤਾਂ ਇਹ 'ਚ ਕੀ ਕਹਿੰਦੇ, ਪਰਮਾਤਮਾ ਸਦਾ ਬਖਸ਼ਿਸ਼ ਕਰਨ ਵਾਲਾ ਹੈ, ਤਾਂ ਕਿ ਸਦਾ ਬਖਸ਼ਿੰਦ ਸਦਾ ਮਿਹਰਬਾਨਾ, ਸਦਾ ਬਖਸ਼ਿੰਦ ਮਤਲਬ ਕਿ ਬਖਸ਼ਿੰਦ ਮਤਲਬ ਬਖਸ਼ਿਸ਼ ਕਰਨ ਵਾਲਾ ਹੈ, ਅਤੇ ਸਦਾ ਮਿਹਰਬਾਨ ਰਹਿੰਦਾ ਆਪਣੇ 'ਤੇ, ਹੈ ਨਾ। ਸਭਨਾ ਦੀ ਆਧਾਰੀ, ਤਾਂ ਉਹ ਸਭ ਜੀਵਾਂ ਨੂੰ ਸਦਾ ਆਸਰਾ ਦਿੰਦਾ। ਆਧਾਰੀ ਮਤਲਬ ਕੀ ਹੈ, ਆਸਰਾ ਦੇਣਾ, ਤਾਂ ਕਿ ਇਹ ਸਭਨਾ ਦੀ ਆਧਾਰੀ ਮਤਲਬ ਜਿੰਨੇ ਵੀ ਜੀਵ ਨੇ, ਮਨੁੱਖ ਹੈ, ਜਾਨਵਰ ਹੈ, ਜੋ ਕੁਛ ਵੀ ਹੈ, ਤਾਂ ਸਾਰਿਆਂ ਨੂੰ ਕੀ ਹੈ, ਉਹ ਆਸਰਾ ਦਿੰਦਾ ਹੈ ਜਿਹੜਾ ਪਰਮਾਤਮਾ ਹੈ। ਅੱਗੇ ਦੇਖੋ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਉਦਾਰਤਾ ਕੌਣ ਨਹੀਂ ਜਾਣਦਾ। ਪੰਜਾਬ ਵਰਗੇ ਫਸਾਦਾਂ ਨਾਲ ਭਰਪੂਰ ਦੇਸ਼ ਨੂੰ ਜਿੱਤਣਾ, ਜਿੱਥੇ ਚੱਪੇ ਚੱਪੇ ਅੱਡ ਰਾਜ ਸੀ ਅਤੇ ਹਰੇਕ ਆਪਣੇ ਆਪ ਨੂੰ 30 ਮਾਰ ਖਾਂ ਸਮਝਦਾ ਸੀ, ਕੋਈ ਖਾਲਾ ਜੀ ਦਾ ਵੜ ਨਹੀਂ ਸੀ। ਇਸੇ ਕਰਕੇ ਮਹਾਰਾਜਾ ਜੀ ਨੂੰ ਵੱਡੀਆਂ ਵੱਡੀਆਂ ਭੀੜਾਂ ਅਤੇ ਮੁਹਿੰਮਾਂ ਪੈਂਦੀਆਂ ਰਹੀਆਂ, ਪਰ ਉਹ ਸ਼ੇਰ ਦਿਲ ਕਦੇ ਨਹੀਂ ਘਾਬਰਿਆ। ਤਾਂ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨੇ ਵੱਡਾ ਸ਼ਾਸਕ ਹੋਇਆ ਸਿੱਖ ਧਰਮ 'ਚ, ਹੈ ਨਾ, ਕਿੰਨਾ ਤਕੜਾ ਰਾਜਾ ਹੋਇਆ। ਤਾਂ ਉਹ ਕੀ ਸੀਗਾ, ਜਿਸ ਟਾਈਮ ਉਹ ਰਾਜਾ ਬਣਿਆ ਉਸ ਟਾਈਮ ਕਿ ਜਿਹੜਾ ਪੰਜਾਬ ਹੈ ਨਿੱਕੇ ਨਿੱਕੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਤਾਂ ਛੋਟੇ ਛੋਟੇ ਰਾਜ ਬਹੁਤ ਬਣੇ ਹੋਏ ਸੀਗੇ, ਹਰੇਕ ਨੇ ਕੀ ਆਪੋ ਆਪਣਾ ਰਾਜ ਬਣਾ ਰੱਖਿਆ ਸੀਗਾ, ਬਹੁਤ ਸਾਰੇ ਰਾਜੇ ਸੀਗੇ। ਤਾਂ ਹਰੇਕ ਕੀ ਆਪਣੇ ਆਪ ਨੂੰ ਕਿ 30 ਮਾਰ ਖਾਂ ਸਮਝਦੇ, ਮਤਲਬ ਕਿ ਸਮਝਦਾ ਸੀਗਾ ਕਿ ਮੇਰੇ ਤੋਂ ਤਕੜਾ ਤਾਂ ਕੋਈ ਹੈ ਹੀ ਨਹੀਂ, ਅਤੇ ਉਹਨਾਂ ਨੂੰ ਕਿ ਜਿੱਤਣਾ, ਤਾਂ ਉਹਨਾਂ ਨੂੰ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਸੀ, ਮਤਲਬ ਕੀ ਹੈ, ਕੋਈ ਆਸਾਨ ਕੰਮ ਨਹੀਂ ਸੀ ਉਹਨਾਂ ਲਈ। ਇਸੇ ਕਰਕੇ ਮਹਾਰਾਜਾ 'ਤੇ ਬਹੁਤ ਵੱਡੀਆਂ, ਰਣਜੀਤ ਸਿੰਘ ਜੀ 'ਤੇ ਬਹੁਤ ਵੱਡੀਆਂ ਮੁਸੀਬਤਾਂ ਆਈਆਂ, ਵਿੱਚ ਕਈ ਇਹੋ ਜਿਹੀਆਂ ਮੁਸੀਬਤਾਂ ਵੀ ਆਈਆਂ ਜਿਹੜੀਆਂ ਕੀ ਸੀ ਨਜਿੱਠਣ ਵਾਲੀਆਂ ਸੀਗੀਆਂ, ਪਰ ਫਿਰ ਵੀ ਉਹਨਾਂ ਨੇ ਕੀ ਹੈ, ਇੱਕ ਸ਼ੇਰ ਦੇ ਵਾਂਗੂ ਉਹਨਾਂ ਦਾ ਸਾਹਮਣਾ ਕੀਤਾ। ਤਾਂ ਉਹਨਾਂ ਨੇ ਕੀ ਕੀਤਾ, ਔਂਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨੀ ਅਤੇ ਕਾਰਜ ਸਿੱਧ ਲੈ ਲੈਣੇ। ਤਾਂ ਉਹਨਾਂ ਨੇ ਕੀ ਸੀਗਾ ਕਿ ਜਦੋਂ ਔਖ ਹੁੰਦੀ ਕੋਈ, ਤਾਂ ਉਹ ਕੀ ਹੈ, ਪਰਮਾਤਮਾ ਅੱਗੇ ਅਰਦਾਸ ਕਰਦੇ, ਪ੍ਰਾਰਥਨਾ ਕਰਦੇ, ਤਾਂ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਕੰਮ ਨੂੰ ਕੀ ਹੈ, ਕਰਨਾ ਸ਼ੁਰੂ ਕਰ ਦਿੰਦੇ। ਤਾਂ ਉਹ ਜਿਹੜੀ ਕੰਮ ਹੁੰਦਾ ਸੀਗਾ ਜਾਂ ਕੁਛ ਵੀ ਕਰਦੇ ਸੀਗੇ, ਤਾਂ ਉਹ ਕਿ ਉਹਨਾਂ ਨੇਪਰੇ ਚੜ੍ਹਦਾ ਸੀਗਾ, ਉਹ ਸਾਰਾ ਕੰਮ ਕੀ ਆਸਾਨੀ ਨਾਲ ਕਰ ਲੈਂਦੇ ਸੀਗੇ। ਫਿਰ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲੇ ਧਾੜਵੀ ਸੀ, ਆਕੀ ਹੋ ਗਿਆ। ਆਕੀ ਮਤਲਬ ਕੀ ਹੈ, ਬਾਗੀ ਹੋ ਗਿਆ। ਇੱਕ ਵੱਡਾ ਸਰਦਾਰ ਸੀਗਾ ਜਿਹੜਾ ਪਹਿਲਾਂ ਕੀ ਧਾੜਵੀ ਮਤਲਬ ਕਿ ਹਮਲਾ ਕਰਕੇ ਲੁੱਟ ਖੋਹ ਕਰਨ ਵਾਲੇ ਡਾਕੂ ਸੀਗਾ ਬੰਦਾ ਪਹਿਲਾਂ ਉਹ, ਫਿਰ ਉਹਨੂੰ ਕਿ ਇੱਕ ਸਰਦਾਰ ਬਣਾਤਾ, ਕਿਹਨਾਂ ਨੇ ਬਣਾਇਆ, ਮਹਾਰਾਜਾ ਰਣਜੀਤ ਸਿੰਘ ਜੀ ਨੇ। ਤਾਂ ਉਹ ਕਿ ਬਾਗੀ ਹੋ ਗਿਆ। ਇਸ ਨੂੰ ਮਹਾਰਾਜਾ ਨੇ ਵੱਡੇ ਔਖ ਨਾਲ ਜਿੱਤਿਆ ਅਤੇ ਉਸ ਨੂੰ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਤਾਂ ਕੀ ਸੀਗਾ, ਜਿਹੜਾ ਪਹਿਲਾਂ ਡਾਕੂ ਸੀਗਾ ਉਹ ਪਹਿਲਾਂ ਫਿਰ ਸਰਦਾਰ ਬਣ ਗਿਆ। ਸਰਦਾਰ ਮਤਲਬ ਕੀ ਹੈ, ਬਹੁਤ ਵੱਡਾ ਇੱਕ ਹਿਸਾਬ ਦਾ ਉਹਦੇ ਕੋਲ ਵੀ ਪਿੰਡ ਇਕੱਠੇ ਹੋ ਗਏ ਕਾਫੀ, ਹੈ ਨਾ, ਉਹਨਾਂ ਨੂੰ ਕੀ ਉਹ ਆਪਣੀ ਮਰਜ਼ੀ ਨਾਲ ਕੰਟਰੋਲ ਕਰ ਸਕਦਾ ਸੀਗਾ। ਅਤੇ ਉਹ ਕੀ ਹੈ, ਮਹਾਰਾਜ ਤੋਂ ਕੀ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਤੋਂ ਆਕੀ ਹੋ ਗਿਆ, ਮਤਲਬ ਕਿ ਬਾਗੀ ਹੋ ਗਿਆ, ਉਹਨਾਂ ਦੇ ਖਿਲਾਫ ਹੋ ਗਿਆ। ਤਾਂ ਉਹਨਾਂ ਨੂੰ ਕੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਔਖ ਨਾਲ ਮਤਲਬ ਕੀ ਹੈ, ਬਹੁਤ ਮੁਸ਼ਕਿਲਾਂ ਨਾਲ ਉਹਨੂੰ ਜਿੱਤ ਕੇ ਅਤੇ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਅਤੇ ਕਿਲ੍ਹਾ ਸੀਗਾ ਰੋਹਤਾਸ ਦਾ, ਉੱਥੇ ਕੀ ਉਹਨਾਂ ਨੂੰ ਕੈਦ ਕਰਤਾ। ਕੈਦ ਵਿੱਚ ਇਹ ਸਰਦਾਰ ਸਦੀਪ ਪਰਮੇਸ਼ਵਰ ਅਤੇ ਮਨੁੱਖ ਨੂੰ ਗਾਲਾਂ ਦਿੰਦਾ ਅਤੇ ਜੋ ਮੂੰਹ ਪਰ ਆਉਂਦੀ ਬਕਦਾ ਰਹਿੰਦਾ। ਅਤੇ ਜਦੋਂ ਉਹਨਾਂ ਨੂੰ ਜਿੱਥੇ ਕੈਦ ਕੀਤਾ ਗਿਆ, ਤਾਂ ਉੱਥੇ ਉਹ ਕੀ ਸੀਗਾ, ਕੈਦ ਦੇ ਵਿੱਚ ਹੀ ਰਹਿ ਕੇ ਜਿਹੜਾ ਵੀ ਉਹਦੇ ਸਾਹਮਣੇ ਆਉਂਦਾ, ਮਨੁੱਖ ਆਉਂਦਾ, ਪਰਮਾਤਮਾ ਦੇ ਬਾਰੇ ਸੋਚਦਾ ਜਾਂ ਕੁਛ ਵੀ ਹੁੰਦਾ, ਹਰੇਕ ਨੂੰ ਕਿ ਉਹ ਗਾਲਾਂ ਦਿੰਦਾ ਰਹਿੰਦਾ ਸੀਗਾ। ਉਹਨੂੰ ਜੋ ਵੀ ਉਹਦੇ ਮੂੰਹ 'ਚ ਆ ਗਿਆ ਉਹਨੇ ਬੋਲ ਦੇਣਾ ਹੁੰਦਾ। ਕਰਤਾਰ ਪਰ ਵਿਸ਼ਵਾਸ ਰੱਖਣਾ ਸਰਬ ਸੁੱਖਾਂ ਦੀ ਖਾਣ ਹੈ, ਪਰ ਇਹ ਮਹਾਂ ਉੱਤਮ ਪਦਾਰਥ ਵੀ ਇਸ ਅਪਰਾਧੀ ਦੇ ਹਿਰਦੇ ਵਿੱਚ ਉੱਡ ਕੇ ਉਸ ਨੂੰ ਇੱਕ ਅਜਿਹੀ ਅੱਗ ਵਿੱਚ ਸਿੱਟ ਗਿਆ ਕਿ ਜਿਸ ਵਿੱਚ ਆਦਮੀ ਮਰਦਾ ਤਾਂ ਨਹੀਂ, ਪਰ ਸਦੀਵ ਸੜਦਾ ਰਹਿੰਦਾ ਹੈ।
ਤਾਂ ਕੀ ਸੀਗਾ ਕਿ ਉਹ ਜਿਹੜਾ ਸਰਦਾਰ ਸੀਗਾ ਉਹਨੂੰ ਜਦੋਂ ਉੱਥੇ ਕੈਦ ਕੀਤਾ ਗਿਆ ਉਹ ਸਾਰਿਆਂ ਨੂੰ ਗਾਲਾਂ ਦਿੰਦਾ ਸੀਗਾ, ਹੈ ਨਾ। ਉਹਦਾ ਕੀ ਸੀਗਾ, ਪਰਮਾਤਮਾ ਦੇ ਵਿੱਚ ਜਮਾਂ ਵਿਸ਼ਵਾਸ ਨਹੀਂ ਸੀਗਾ। ਤਾਂ ਉਹ ਪਰਮਾਤਮਾ ਨੂੰ ਕੀ ਐਵੇਂ ਹੀ ਸਮਝਦਾ ਸੀਗਾ ਕਿ ਪਰਮਾਤਮਾ ਤਾਂ ਹੈ ਹੀ ਨਹੀਂ। ਤਾਂ ਜਿਹੜੀ ਆਪਣਾ ਕੀ ਹੈ ਵਿਸ਼ਵਾਸ ਕਰਨਾ ਪਰਮਾਤਮਾ ਦੇ ਵਿੱਚ, ਆਪਣੇ ਮਹਾ ਉੱਤਮ ਪਦਾਰਥ, ਮਹਾ ਉੱਤਮ ਕਿ ਇੱਕ ਬਹੁਤ ਵਧੀਆ ਚੰਗੀ ਗੱਲ ਹੈਗੀ ਹੈ ਕਿ ਆਪਾਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਪਰ ਉਹਦਾ ਵਿਸ਼ਵਾਸ ਨਹੀਂ ਸੀਗਾ, ਉਹ ਸਾਰੀਆਂ ਚੀਜ਼ਾਂ ਉਹਦੇ ਹਿਰਦੇ ਵਿੱਚੋਂ ਕੀ ਨੇ ਉੱਡ ਚੁੱਕੀਆਂ ਸੀਗੀਆਂ। ਤਾਂ ਉਹਨੂੰ ਕੀ ਇੱਕ ਅਜਿਹੀ ਕੀ ਅੱਗ ਸੀਗੀ ਜਾਂ ਉਹਦੇ ਅੰਦਰ ਇੱਕ ਅਜਿਹੀ ਗੁੱਸਾ ਸੀਗਾ, ਅਤੇ ਉਹਦੇ ਵਿੱਚ ਕੀ ਆ ਉਹ ਜਿਹਦੇ ਵਿੱਚ ਕਿ ਆਦਮੀ ਮਰਦਾ ਤਾਂ ਨਹੀਂ ਪਰ ਕੀ ਸਦਾ ਸੜਦਾ ਰਹਿੰਦਾ। ਤਾਂ ਉਹ ਵੀ ਉਹਦੇ ਅੰਦਰ ਗੁੱਸਾ ਸੀਗਾ, ਜਿਹੜਾ ਸਾੜ ਸੀਗਾ ਉਹਦੇ ਅੰਦਰ ਸੀਗਾ। ਪਰਮਾਤਮਾ ਨੂੰ ਵੀ ਗਾਲਾਂ ਦਿੰਦਾ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਗਾਲਾਂ ਦਿੰਦਾ, ਜਿਹੜੇ ਉਹਦੇ ਆਸੇ ਪਾਸੇ ਹੁੰਦੇ ਸਾਰਿਆਂ ਨੂੰ ਗਾਲਾਂ ਦਿੰਦਾ। ਉਹ ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਇਸ ਨੂੰ ਖਾਣ ਨੂੰ ਪੈਂਦੀ, ਅਤੇ ਹਨੇਰੀ ਵਿੱਚ ਅਨੇਕ ਪ੍ਰਕਾਰ ਦੇ ਪੈ ਇਸ ਦੀਆਂ ਅੱਖਾਂ ਅੱਗੇ ਆ ਕੇ ਇਸ ਦੇ ਦੁੱਖਾਂ ਨੂੰ ਦੂਣਾ ਕਰ ਦਿੰਦੇ। ਜਦ ਕੋਈ ਸਰਕਾਰੀ ਨੌਕਰੀ ਨੂੰ ਅੰਨ ਪਾਣੀ ਦੇਣ ਆਉਂਦਾ ਤਾਂ ਇਹ ਮਹਾਰਾਜ ਸਾਹਿਬ ਨੂੰ ਹਜ਼ਾਰ ਹਜ਼ਾਰ ਗਾਲਾਂ ਇੱਕੋ ਸਾਹੇ ਸੁਣਾਉਂਦਾ। ਤਾਂ ਕੀ ਸੀਗਾ ਕਿ ਜਦੋਂ ਉਹ ਕੀ ਸੀਗਾ ਕੈਦਖਾਨੇ ਦੇ ਵਿੱਚ ਪਰਮਾਤਮਾ ਨੂੰ ਵੀ ਗਾਲਾਂ ਦੇ ਲੋਕਾਂ ਨੂੰ ਵੀ ਦਿੰਦਾ ਸੀਗਾ। ਪਰ ਜਦੋਂ ਰਾਤ ਹੁੰਦੀ ਤਾਂ ਉਹਨੂੰ ਕੀ ਨਹੀਂ, ਜਿਹੜੇ ਦੁੱਖ ਉਹ ਦਿਨੇ ਕੀ ਹੈ ਲੋਕਾਂ ਨੂੰ ਗਾਲਾਂ ਕੱਢ ਕੇ ਦਿੰਦਾ, ਫਿਰ ਉਹਦੇ ਕੀ ਦੂਣਾ ਉਹਨੂੰ ਕੀ ਰਾਤ ਨੂੰ ਦੁੱਗਣਾ, ਦੂਣਾ ਮਤਲਬ ਦੁੱਗਣਾ, ਤਾਂ ਉਹਨੂੰ ਦੁੱਗਣੇ ਰਾਤ ਨੂੰ ਝੇਲਣੇ ਪੈਂਦੇ। ਕੀ ਹੁੰਦੇ ਕਿ ਉਹਨੂੰ ਡਰ ਲੱਗਦਾ ਜਿਵੇਂ ਕੀ ਉਹਨੂੰ ਕੋਈ ਭੂਤ ਪ੍ਰੇਤ ਹੋਵੇ। ਕੈਦਖਾਨੇ ਦੇ ਵਿੱਚ ਉਸਨੂੰ ਡਰਾਉਣੀਆਂ ਚੀਜ਼ਾਂ ਦਿਸਦੀਆਂ, ਜਾਂ ਕਿ ਕੰਧਾਂ ਉਹਨੂੰ ਡਰਾਉਣੀਆਂ ਦਿਸਦੀਆਂ। ਉਹਨੂੰ ਐਂ ਲੱਗਦਾ ਕਿ ਮੈਨੂੰ ਖਾ ਜਾਣਗੀਆਂ ਹੁਣੇ। ਤਾਂ ਉਹ ਕੀ ਹੈ ਡਰ ਦੇ ਮਾਹੌਲ ਦੇ ਵਿੱਚ ਰਹਿੰਦਾ ਰਾਤ ਨੂੰ। ਅਤੇ ਜਦੋਂ ਕੋਈ ਨੌਕਰ ਉਹਨੂੰ ਕੀ ਅੰਨ ਪਾਣੀ ਜਾਂ ਉਹਨੂੰ ਕੋਈ ਖਾਣਾ ਦੇਣ ਆਉਂਦਾ ਤਾਂ ਉਹਨੂੰ ਕੀ ਉਹਦੇ ਸਾਹਮਣੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸਾਰੀਆਂ ਗਾਲਾਂ ਕੱਢਦਾ। ਇੱਕ ਦਿਨ ਇਹ ਦੁਖੀ ਸਮਾਂ ਕੱਟਣ ਲਈ ਆਪਣੀ ਕੁਟੀਆ ਦੇ ਜਾਲੇ ਫਰੋਲ ਲਿਆ ਸੀ। ਅਚਾਨਕ ਇੱਕ ਪੁਰਾਣੀ ਪੋਥੀ ਹੱਥ ਲੱਗੀ, ਉਸ ਨੂੰ ਲੈ ਕੇ ਪੜ੍ਹਨ ਬੈਠ ਗਿਆ। ਵਿਹਲਾ ਹੋਣ ਕਰਕੇ ਇਸ ਦਾ ਦਿਲ ਪੋਥੀ ਵਿੱਚ ਖੁੱਭਦਾ ਗਿਆ, ਛੇਕੜ ਇੱਕ ਤੁਕ ਪਰ ਪਹੁੰਚਾ। ਤਾਂ ਕੀ ਸੀਗਾ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਦੁਖੀ ਹੋ ਗਿਆ ਸੀਗਾ, ਅਤੇ ਇਸ ਦੁੱਖ ਨੂੰ ਕੱਟਣ ਲਈ ਕੀ ਹੈ ਜਾਲਾ ਮਤਲਬ ਕੀ ਹੈ ਇੱਕ ਛੋਟੀ ਜਿਹੀ ਬਾਰੀ ਬਣੀ ਹੋਈ ਸੀਗੀ ਵਿੱਚ ਜੇਲ੍ਹ ਦੀ। ਤਾਂ ਉਹਦੇ ਵਿੱਚ ਕਿ ਉਹ ਫਰੋਲਣ ਲੱਗ ਗਿਆ, ਕੀ ਸਮਾਨ ਪਿਆ, ਉਹਦੇ ਹੱਥ ਇੱਕ ਪੋਥੀ ਲੱਗ ਗਈ। ਪੋਥੀ ਮਤਲਬ ਕੀ ਹੁੰਦਾ, ਇੱਕ ਛੋਟੀ ਕਿਤਾਬ, ਠੀਕ ਹੈ। ਤਾਂ ਛੋਟੀ ਕਿਤਾਬ ਉਹਦੇ ਹੱਥ ਲੱਗ ਗਈ ਤਾਂ ਉਹਨੂੰ ਲੈ ਕੇ ਉਹ ਪੜ੍ਹਨ ਬੈਠ ਗਿਆ। ਤਾਂ ਵਿਹਲਿਆ ਹੋਣ ਕਰਕੇ ਉਸ ਦੇ ਵਿੱਚ ਕੀ ਸੀਗਾ, ਹੋਰ ਕੰਮ ਤਾਂ ਇਹਦੇ ਕੋਲ ਹੈ ਨਹੀਂ ਸੀ ਕਿ ਜਦੋਂ ਪੜ੍ਹਦਾ ਗਿਆ ਉਹਨੂੰ ਤਾਂ ਉਹ ਕੀ ਇੱਕ ਤੁਕ 'ਤੇ ਪਹੁੰਚਿਆ। ਕਿਹੜੀ ਤੁਕ ਸੀਗੀ, ਸਦਾ ਬਖਸ਼ਿਸ਼ ਸਦਾ ਮਿਹਰਬਾਨਾ ਸਭਨਾਂ 'ਤੇ ਹੀ ਆਧਾਰੀ। ਆਪਾਂ ਹੁਣੇ ਪਿੱਛੇ ਪੜ੍ਹ ਕੇ ਗਏ ਆ ਨਾ, ਕੀ ਸੀਗਾ ਸਦਾ ਬਖਸ਼ਿਸ਼ ਸਦਾ ਮਿਹਰਬਾਨਾ ਸਭਨਾਂ 'ਤੇ ਹੀ ਆਧਾਰੀ। ਉਹੀ ਤੁਕ ਆ ਗਈ ਨਾ। ਪਰਮਾਤਮਾ ਕੀ ਇਹਦੇ ਵਿੱਚ ਸਦਾ ਬਖਸ਼ਿਸ਼ ਕਰਦਾ, ਉਹ ਕੀ ਆਪਣੇ 'ਤੇ ਮਿਹਰਬਾਨ ਵਾਲਾ, ਆਪਾਂ ਨੂੰ ਕੀ ਹੈ ਮਿਹਰ ਭਰਿਆ ਹੱਥ ਆਪਣੇ 'ਤੇ ਰੱਖਦਾ, ਆਪਣੇ 'ਤੇ ਨਹੀਂ ਬਲਕਿ ਸਾਰਿਆਂ 'ਤੇ ਰੱਖਦਾ। ਸਭਨਾਂ ਦੇ ਆਧਾਰੀ ਜਿੰਨੇ ਜੀਵ ਜੰਤੂ ਨੇ ਸਾਰਿਆਂ 'ਤੇ ਕੀ ਮਿਹਰ ਭਰਿਆ ਹੱਥੋਂ ਰੱਖਦਾ। ਇਸ ਤੁਕ ਨੂੰ ਪੜ੍ਹ ਕੇ ਉਹ ਇੱਕ ਪ੍ਰਕਾਰ ਦੇ ਵਹਿਣ ਵਿੱਚ ਪੈ ਗਿਆ ਹੈ ਕਿ ਪਰਮੇਸ਼ਵਰ ਜਿਸ ਨੂੰ ਮੈਂ ਇੱਕ ਡਰਾਉਣਾ ਭੂਤ ਸਮਝਦਾ ਸੀ, ਐਡਾ ਕਿਰਪਾਲੂ ਹੈ ਕਿ ਸਦੀਵ ਬਖਸ਼ਦਾ ਅਤੇ ਦਇਆ ਕਰਦਾ ਹੈ ਅਤੇ ਪਾਪੀ ਪਰਮਾਤਮਾ ਨੂੰ ਸਭ ਨੂੰ ਆਸਰਾ ਦਿੰਦਾ। ਤਾਂ ਕੀ ਸੀਗਾ ਕਿ ਉਹਨੂੰ ਕੀ ਹੈ ਵਹਿਣ ਪੈ ਗਿਆ। ਵਹਿਣ ਮਤਲਬ ਕਿ ਉਹ ਇਸ ਚੀਜ਼ ਦੇ ਵਿੱਚ ਖੁੱਭਣਾ ਸ਼ੁਰੂ ਹੋ ਗਿਆ, ਇਸ ਚੀਜ਼ ਦੇ ਵਿੱਚ ਕਿ ਉਹਨੇ ਸੋਚਣਾ ਸ਼ੁਰੂ ਕਰਤਾ ਕਿ ਜਿਹੜੇ ਪਰਮਾਤਮਾ ਨੂੰ ਕਿ ਭੂਤ ਸਮਝਦਾ ਸੀਗਾ, ਉਹਨੂੰ ਮਾੜਾ ਚੰਗਾ ਬੋਲਦਾ ਸੀਗਾ, ਕਿ ਉਹ ਇੰਨਾ ਕਿਰਪਾਲੂ ਹੈ ਕਿ ਉਹ ਕੀ ਹੈ ਸਾਰਿਆਂ 'ਤੇ ਆਪਣੀ ਕੀ ਹੈ ਦਇਆ ਦ੍ਰਿਸ਼ਟੀ ਰੱਖਦਾ, ਸਾਰਿਆਂ ਨੂੰ ਕੀ ਉਹ ਮਾफ़ ਕਰ ਦਿੰਦਾ, ਸਭ ਨੂੰ ਆਸਰਾ ਦਿੰਦਾ। ਕਿ ਉਸ ਕਿਰਪਾ ਸਾਗਰ ਮਿਹਰ ਦੀ ਛਾਂ ਹੇਠ ਮੈਂ ਨਹੀਂ ਆ ਸਕਦਾ। ਤਾਂ ਉਹਦੇ ਕੀ ਸੋਚਣ ਲੱਗਿਆ ਉਹ ਕਿ ਜਦੋਂ ਸਭ ਨੂੰ ਆਸਰਾ ਦਿੰਦਾ, ਸਭ ਨੂੰ ਕੀ ਹੈ ਮਾफ़ ਕਰ ਦਿੰਦਾ, ਤਾਂ ਕੀ ਹੈ ਪਰਮਾਤਮਾ ਦੀ ਕੀ ਹੈ ਕਿਰਪਾ ਸਾਗਰ ਕੀ ਹੈ ਉਹਦੇ ਅੰਡਰ ਜਾਂ ਉਹਦੇ ਥੱਲੇ, ਉਹਦੀ ਮਿਹਰ ਦੀ ਥੱਲੇ ਮੈਂ ਨਹੀਂ ਆ ਸਕਦਾ। ਤਾਂ ਉਹ ਆਪਣੇ ਆਪ ਨੂੰ ਸਵਾਲ ਕਰਦਾ ਅੰਦਰੋਂ। ਆਪ ਜਾਣਦੇ ਹੋ ਜਦ ਆਦਮੀ ਦੁਨੀਆ ਦੇ ਹੱਥੋਂ ਸੱਤ ਜਾਂਦਾ ਹੈ ਤਾਂ ਉਸ ਦਾ ਮਨ ਸੱਚਾਈ 'ਤੇ ਪ੍ਰਵਾਨ ਕਰਨ ਨੂੰ ਸੁੱਤੇ ਹੀ ਤਿਆਰ ਹੋ ਜਾਂਦਾ। ਇਸ ਤੁਕ ਦੇ ਪਵਿੱਤਰ ਭਾਵ ਨੇ ਇਸ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ। ਤਾਂ ਦੁਨੀਆ ਦੇ ਹੱਥੋਂ ਸੱਤ ਹੋ ਜਾਂਦਾ, ਸੱਤ ਮਤਲਬ ਦੁਖੀ ਹੋ ਜਾਂਦਾ ਹੈ। ਤਾਂ ਜਿਹੜੀ ਉਸ ਦੇ ਮਨ ਦੀ ਸੱਚਾਈ ਉਹ ਕੀ ਹੈ ਪ੍ਰਵਾਨ ਕਰਨ ਨੂੰ ਤੁਰ ਪੈਂਦੀ ਹੈ, ਅਤੇ ਕੀ ਹੈ ਪਰਮਾਤਮਾ ਨੂੰ ਉਹ ਸਵੀਕਾਰ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਸ ਜਿਹੜੀ ਪਵਿੱਤਰ ਤੁਕ ਸੀਗੀ ਉਹ ਤੁਕ ਪੜ੍ਹ ਕੇ ਕੀ ਉਹਦਾ ਧਿਆਨ ਕੀ ਹੈ ਪਰਮਾਤਮਾ ਵਾਲੇ ਪਾਸੇ ਜ਼ਿਆਦਾ ਹੋਣ ਲੱਗ ਪਿਆ। ਇੱਕ ਰਾਤ ਮੀਂਹ ਹਨੇਰੀ ਵਰਖਾ 'ਤੇ ਉਹ ਤਰਥੱਲੀ ਮਚਾਈ ਕੇ ਕੈਦੀ ਨੂੰ ਨੀਂਦ ਨਾ ਆਈ। ਪਰ ਇਸ ਸੋਚ ਵਿੱਚ ਸਾਰੀ ਰਾਤ ਬੀਤ ਗਈ ਕਿ ਮੈਂ ਪਾਪੀ ਹਾਂ ਅਤੇ ਪਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ, ਕਿ ਮੈਨੂੰ ਵੀ ਪਰਮੇਸ਼ਵਰ ਬਖਸ਼ੇਗਾ, ਕਿ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ। ਇਹਨਾਂ ਸੋਚਣ ਦਾ ਫਲ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਅਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ। ਤਾਂ ਕੀ ਸੀਗਾ ਕਿ ਇੱਕ ਰਾਤ ਨੂੰ ਕੀ ਹੈ ਹਨੇਰੀ ਝੱਖੜ ਮੀਂਹ ਤੂਫਾਨ ਆਉਣ ਲੱਗਿਆ। ਤਾਂ ਕੀ ਹੈ ਸਾਰੇ ਪਾਸੇ ਤਰਥੱਲੀ ਮੱਚ ਗਈ ਅਤੇ ਕੈਦੀ ਨੂੰ ਨੀਂਦ ਨਹੀਂ ਆ ਰਹੀ ਸੀਗੀ। ਤਾਂ ਉਹਨੇ ਕੀ ਹੈ ਸਾਰੀ ਰਾਤ ਕੀ ਇਸ ਸੋਚ ਦੇ ਵਿੱਚ ਬਿਤਾਤੀ ਕਿ ਮੈਂ ਤਾਂ ਪਾਪੀ ਹਾਂ, ਠੀਕ ਹੈ, ਮੈਂ ਤਾਂ ਇੰਨੇ ਪਾਪ ਕੀਤੇ ਨੇ, ਪਰ ਪਰਮਾਤਮਾ ਜਿਹੜਾ ਉਹ ਕਿ ਸਭ ਨੂੰ ਸਹਾਰਾ ਦਿੰਦਾ, ਅਤੇ ਕੀ ਪਰਮਾਤਮਾ ਮੈਨੂੰ ਬਖਸ਼ੇਗਾ, ਕਿ ਮੈਂ ਵੀ ਖਿਮਾ ਹੋ ਸਕਦਾ, ਕਿ ਮੇਰੇ ਪਾਪ 'ਚ ਮਾफ़ ਕੀਤੇ ਜਾ ਸਕਦੇ ਨੇ। ਇਹ ਸੋਚਦਾ ਉਹਦੇ ਦਿਲ ਦੇ ਵਿੱਚ ਕਿ ਸੱਚਾ ਪਛਤਾਵਾ ਆ ਗਿਆ। ਤਾਂ ਕਿ ਉਹਨੂੰ ਜਿਹੜੇ ਵੀ ਉਹਨੇ ਪਾਪ ਕੀਤੇ ਤਾਂ ਉਹਨੂੰ ਬਹੁਤ ਪਛਤਾਵਾ ਹੋਣ ਲੱਗਿਆ ਕਿ ਉਸਨੇ ਇੰਨੇ ਪਾਪ ਕਿਉਂ ਕੀਤੇ। ਤਾਂ ਉਹਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਕੀ ਕਿਹਾ, ਹੇ ਅਕਾਲ ਪੁਰਖ, ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ
ਕਈ ਆਦਮੀ ਵਿਦੋਸ਼ੀ ਮਾਰੇ ਅਤੇ ਸੈਂਕੜੇ ਇਸਤਰੀਆਂ ਵਿਧਵਾ ਅਤੇ ਅਣਗਿਣਤ ਬਾਲ ਅਨਾਥ ਕੀਤੇ। ਤੇਰੀ ਦ੍ਰਿਸ਼ਟੀ ਨੂੰ ਦੁੱਖ ਦਿੱਤਾ। ਛੇਕੜ ਪਾਤਸ਼ਾਹ ਦਾ, ਜਿਸ ਨੇ ਮੈਨੂੰ ਧਾੜਵੀ ਤੋਂ ਸਰਦਾਰ ਬਣਾਇਆ ਸੀ, ਦੁਸ਼ਮਣ ਹੋ ਗਿਆ। ਹੇ ਪਿਤਾ, ਮੈਥੋਂ ਵੱਧ ਕੇ ਕੋਈ ਪਾਪੀ ਨਹੀਂ, ਮੈਂ ਕੁੰਭੀ ਨਰਕ ਦੇ ਯੋਗ ਹਾਂ, ਪਰ ਆਪ ਬਖਸ਼ਿੰਦ ਹੋ, ਮੈਨੂੰ ਵੀ ਬਖਸ਼ੋ। ਇਸ ਪ੍ਰਕਾਰ ਢੇਰ ਚਿਰ ਪ੍ਰਾਰਥਨਾ ਕਰਦਾ। ਤਾਂ ਉਹਨੇ ਕੀ ਪ੍ਰਾਰਥਨਾ ਕੀਤੀ ਕਿ ਪ੍ਰਮਾਤਮਾ, ਕਿ ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ, ਤਾਂ ਜਦੋਂ ਉਹ ਕੀ ਸੀਗਾ, ਡਾਕੂ ਸੀਗਾ, ਤਾਂ ਡਾਕੂ ਜਦੋਂ ਸੀਗਾ ਉਹਨੇ ਕੀ ਹੈ, ਉਹਨੇ ਬਹੁਤ ਸਾਰੇ ਬੇਦੋਸ਼ੇ ਲੋਕ ਮਾਰੇ, ਹੈ ਨਾ, ਤਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਵਿਧਵਾ ਕਨਾਤੀਆਂ, ਉਹਨੇ ਅਣਗਿਣਤ ਬਾਲ ਅਨਾਥ ਕਰ ਦਿੱਤੇ, ਉਹਨੇ ਬਹੁਤ ਸਾਰੇ ਪਾਪ ਕੀਤੇ। ਉਹ ਕਹਿੰਦਾ ਕਿ ਜੇ ਇੰਨੇ ਪਾਪ ਕਰਨ ਤੋਂ ਬਾਅਦ ਫਿਰ ਕੀ ਮੈਂ ਸਰਦਾਰ ਬਣਿਆ, ਤਾਂ ਸਰਦਾਰ ਤੋਂ ਬਣਨ ਤੋਂ ਬਾਅਦ ਅਤੇ ਜਿਹੜੇ ਪਾਤਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਸਰਦਾਰ ਬਣਾਇਆ, ਤਾਂ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਵੀ ਮੈਂ ਹੋ ਗਿਆ, ਮੈਂ ਉਹਦਾ ਦੁਸ਼ਮਣ ਬਣ ਗਿਆ। ਠੀਕ ਹੈ, ਤਾਂ ਇਹ ਪਿਤਾ ਕਿ ਇਹ ਪਰਮਾਤਮਾ ਕਿ ਜਿਹੜੀ ਮੈਥੋਂ ਪਾਪ ਹੋਏ ਨੇ, ਮੈਂ ਉਹਨਾਂ ਦਾ ਕੁੰਭੀ ਨਰਕ ਦੇ ਯੋਗ ਹਾਂ, ਕਿ ਮੈਨੂੰ ਭੈੜੀ ਤੋਂ ਭੈੜੀ ਸਜ਼ਾ ਦੇ ਸਕਦੇ ਹੋ ਤੁਸੀਂ, ਜਿਹੜੇ ਮੈਂ ਕੰਮ ਕੀਤੇ ਨੇ, ਵੀ ਮੈਂ ਨਰਕ ਦੇ ਵਿੱਚ ਵੀ ਮੇਰੀ ਜਿਹੜੀ ਜਗ੍ਹਾ ਬਣਦੀ ਹੈ। ਠੀਕ ਹੈ, ਪਰ ਕੀ ਹੈ, ਪਰਮਾਤਮਾ ਤੁਸੀਂ ਬਖਸ਼ਿੰਦ ਹੋ ਅਤੇ ਮੈਨੂੰ ਵੀ ਬਖਸ਼ੋ, ਵੀ ਤੁਸੀਂ ਤਾਂ ਸਭ ਨੂੰ ਬਖਸ਼ਦੇ ਹੋ, ਤਾਂ ਇਸ ਲਈ ਤੁਸੀਂ ਮੈਨੂੰ ਵੀ ਬਖਸ਼ੋ। ਇਸ ਪ੍ਰਕਾਰ ਉਹ ਕੀ ਹੈ, ਕਾਫੀ ਚਿਰ ਪ੍ਰਾਰਥਨਾ ਕਰਦਾ ਰਿਹਾ। ਤਾਂ ਕੁਝ ਦਿਨ ਹੋਏ, ਫਿਰ ਉਹ ਪੋਥੀ ਪੜ੍ਹਨ ਲੱਗਿਆ, ਤਾਂ ਇਹ ਸ਼ਬਦ ਪੜ੍ਹਿਆ। ਤਾਂ ਕੁਝ ਦਿਨਾਂ ਬਾਅਦ ਉਹ ਕੀ ਹੈ, ਦੁਬਾਰੇ ਫਿਰ ਪੋਥੀ ਪੜ੍ਹਨੀ ਸ਼ੁਰੂ ਕਰਨ ਲੱਗ ਗਿਆ। ਤਾਂ ਉਹਦੇ ਸਾਹਮਣੇ ਫਿਰ ਇੱਕ ਤੁਕ ਆਈ, ਕਿਹੜੀ ਆਈ, ਜਾ ਕੋ ਮੁਸ਼ਕਿਲ ਅਤ ਬਣੇ ਟੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਪਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਹ ਪਰ ਬ੍ਰਹਮ ਲੱਗੇ ਨਾ ਧਾਤੀ ਵਾਓ। ਤਾਂ ਕੀ ਹੈ, ਜੇ ਕੋਈ ਮੁਸ਼ਕਿਲ ਅੱਤ ਬਣੇ, ਤਾਂ ਜਦੋਂ ਕਿ ਆਪਣੇ ਤੋਂ ਕੋਈ ਮੁਸ਼ਕਿਲ ਆਉਂਦੀ ਹੈ, ਟੋਈ ਕੋਈ ਨਾ ਦੇ, ਤਾਂ ਆਪਾਂ ਨੂੰ ਕੋਈ ਵੀ ਆਸਰਾ ਨਹੀਂ ਦਿੰਦਾ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭਜੈ ਖਲੇ, ਤਾਂ ਜਿਹੜੇ ਆਪਣੇ ਦੋਸਤ ਹੁੰਦੇ ਨੇ, ਕੀ ਹੈ, ਲਾਗੂ ਹੁੰਦੇ ਨੇ, ਦੋਸਤ ਹੁੰਦੇ ਨੇ, ਉਹ ਵੀ ਕੀ ਆਪਣੇ ਦੁਸ਼ਮਣ ਬਣ ਜਾਂਦੇ ਨੇ। ਜਿਹੜੇ ਆਪਣੇ ਸਕੇ ਸੰਬੰਧੀ ਹੁੰਦੇ ਨੇ, ਆਪਣੇ ਰਿਸ਼ਤੇਦਾਰ ਹੁੰਦੇ ਨੇ, ਉਹ ਵੀ ਕੀ ਆਪਣੇ ਤੋਂ ਦੂਰ ਹੋ ਜਾਂਦੇ ਨੇ ਜਦੋਂ ਆਪਣੇ 'ਤੇ ਕੀ ਮੁਸ਼ਕਿਲ ਆਉਂਦੀ ਹੈ। ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਤਾਂ ਕੀ ਹੈ, ਸਾਰੇ ਕੀ ਹੈ, ਕੋਈ ਵੀ ਆਪਾਂ ਨੂੰ ਆਸਰਾ ਨਹੀਂ ਦਿੰਦਾ। ਤਾਂ ਸਭੋ ਭਜੇ ਆਸਰਾ, ਕਿ ਸਾਰੇ ਭੱਜ ਜਾਂਦੇ ਨੇ, ਕੋਈ ਆਪਾਂ ਨੂੰ ਆਸਰਾ ਨਹੀਂ ਦਿੰਦਾ। ਚੁੱਕੇ ਸਭ ਅਸਰਾਓ, ਅਤੇ ਆਪਾਂ ਨੂੰ ਕਿਸੇ ਤੋਂ ਉਮੀਦ ਨਹੀਂ ਰਹਿ ਜਾਂਦੀ। ਚਿੱਤ ਆਵੇ ਉਸ ਪਾ ਬ੍ਰਹਮ ਲੱਗਣਾ ਤਾਤੀ ਵਾਓ, ਜੇ ਉਸ ਟਾਈਮ ਆਪਾਂ ਕੀ ਹੈ, ਆਪਣੇ ਚਿੱਤ ਦੇ ਵਿੱਚ, ਆਪਣੇ ਦਿਲ ਦੇ ਵਿੱਚ, ਆਪਣੇ ਕੀ ਹੈ, ਦਿਮਾਗ ਦੇ ਵਿੱਚ ਆਪਾਂ ਪਰਮਾਤਮਾ ਨੂੰ ਯਾਦ ਕਰਾਂਗੇ, ਪਾਰ ਬ੍ਰਹਮ ਦੀ ਅਰਦਾਸ ਕਰਾਂਗੇ, ਤਾਂ ਆਪਾਂ ਨੂੰ ਕੀ ਹੈ, ਕੋਈ ਵੀ ਆਪਾਂ ਨੂੰ ਚੀਜ਼ ਆਪਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਲੱਗੇ ਨਾ ਤੱਤੀ ਵਾਓ, ਤਾਂ ਆਪਾਂ ਨੂੰ ਕੀ ਹੈ, ਗਰਮ ਹਵਾ ਨਹੀਂ ਲੱਗ ਸਕਦੀ, ਆਪਾਂ ਨੂੰ ਕੀ ਹੈ, ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਤਾਂ ਇਹ ਜਿਹੜੀਆਂ ਲਾਈਨਾਂ ਉਹਦੇ ਸਾਹਮਣੇ ਫੇਰ ਆਈਆਂ, ਇਹ ਸਾਰਾ ਸ਼ਬਦ ਪੜ੍ਹ ਕੇ ਕੈਦੀ ਨੂੰ ਵੱਡਾ ਆਨੰਦ ਪ੍ਰਾਪਤ ਹੋਇਆ, ਅਤੇ ਆਪਣੇ ਆਪ ਵਿੱਚ ਹੀ ਕਹਿਣ ਲੱਗਾ ਕਿ ਅੱਗੇ ਮੈਂ ਆਪਣੇ ਆਪ ਨੂੰ ਅਤ ਦੁਖੀ ਸਮਝਦਾ ਸਾਂ, ਪਰ ਹੁਣ ਮੈਂ ਆਨੰਦਿਤ ਹਾਂ। ਮੇਰੇ ਸਭ ਸੰਕਟ ਨਿਵ੍ਰਿਤ ਹੋ ਗਏ, ਜਿਸ ਦਾ ਕਾਰਨ ਈਸ਼ਵਰ ਭਰੋਸਾ ਅਤੇ ਉਸ ਦੀ ਬੇਅੰਤ ਦਇਆ ਹੈ। ਮੇਰਾ ਦਿਲ ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ, ਹੁਣ ਸ਼ਾਂਤ ਹੈ। ਇਸ ਪ੍ਰਕਾਰ ਕਰਤਾਰਪੁਰ ਭਰੋਸਾ ਕਰਕੇ ਸੱਚੇ ਪਛਤਾਵੇ ਅਤੇ ਉਪਾਸਨਾ ਤੋਂ ਇਹ ਅਪਰਾਧੀ ਸੁਖੀ ਹੋ ਗਿਆ, ਅਤੇ ਉਸਨੇ ਸਭ ਸੰਕਟ ਨਿਰਵਿਤ ਹੋ ਗਏ। ਤਾਂ ਕੀ ਹੋਇਆ, ਇਹ ਲਾਈਨਾਂ ਪੜ੍ਹ ਕੇ ਕੀ ਹੈ, ਜਿਹੜਾ ਉਹ ਅਪਰਾਧੀ ਸੀਗਾ, ਉਹਨੂੰ ਕੀ ਆਨੰਦ ਦੀ ਪ੍ਰਾਪਤੀ ਹੋਈ, ਮਤਲਬ ਕਿ ਉਹਨੂੰ ਖੁਸ਼ੀ ਪ੍ਰਾਪਤ ਹੋਈ। ਤਾਂ ਖੁਸ਼ੀ ਕਿਵੇਂ ਪ੍ਰਾਪਤ ਹੋਈ, ਕਿ ਉਹ ਕੀ ਆਪਣੇ ਆਪ ਨੂੰ ਬਹੁਤ ਦੁਖੀ ਸਮਝਦਾ ਸੀਗਾ, ਪਰ ਜਦੋਂ ਉਹਨੇ ਇਹ ਮੁਸ਼ਕਿਲਾਂ ਪੜ੍ਹੀਆਂ ਜਾਂ ਉਹਨੇ ਸ਼ਲੋਕ ਪੜ੍ਹਿਆ, ਤਾਂ ਉਹਨੂੰ ਪਤਾ ਲੱਗ ਗਿਆ ਦੁਨੀਆ ਦੀ ਸੱਚਾਈ, ਤਾਂ ਉਹ ਕੀ ਆਪਣੇ ਆਪ ਨੂੰ ਕੀ ਹੈ, ਸੁਖੀ ਸਮਝਣ ਲੱਗ ਗਿਆ। ਤਾਂ ਉਹਨੂੰ ਕੀ ਸਭ ਜਿਹੜੇ ਸੰਕਟ, ਜਿਹੜੇ ਉਹਨੂੰ ਦੁੱਖ ਸੀਗੇ, ਸਾਰੇ ਦੂਰ ਹੋ ਗਏ। ਉਹਨੂੰ ਪਰਮਾਤਮਾ ਦੇ ਉੱਪਰ ਦੁਬਾਰਾ ਭਰੋਸਾ ਹੋ ਗਿਆ। ਜੋ ਜਿਹੜਾ ਉਹਦਾ ਦਿਲ ਦੇ ਅੰਦਰ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਹੇ ਸੀ, ਮਤਲਬ ਕਿ ਜਿਹੜੇ ਉਹਦੇ ਦਿਲ ਦੇ ਅੰਦਰ ਕੀ ਆ ਅਲੱਗ-ਅਲੱਗ ਬੁਰੇ ਖਿਆਲ ਹੋਰ ਆ ਰਹੇ ਸੀਗੇ, ਉਹ ਸਾਰੇ ਕੀ ਨੇ ਸ਼ਾਂਤ ਹੋ ਗਏ, ਖਤਮ ਹੋ ਗਏ। ਤਾਂ ਉਹਦਾ ਕੀ ਆ, ਪਰਮਾਤਮਾ ਦੇ ਉੱਤੇ ਭਰੋਸਾ ਆ ਗਿਆ। ਦਿਨੋਂ ਦਿਨ ਪਾਠ ਵਿੱਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ, ਹਰ ਇੱਕ ਗ੍ਰੰਥੀ ਨੂੰ ਸਦਵਾ ਕੇ ਉਸ ਤੋਂ ਕਈ ਸ਼ਬਦਾਂ ਦੇ ਅਰਥ ਸਮਝਦਾ। ਇਹਨਾਂ ਗੱਲਾਂ ਦਾ ਫਲ ਇਹ ਹੋਇਆ ਕਿ ਕੈਦੀ ਦਾ ਵਰਤਾਰਾ ਹੋਰ ਦਾ ਹੋਰ ਹੋ ਗਿਆ, ਹਰੇਕ ਨਾਲ ਮਿੱਠਾ ਬੋਲੇ, ਨਿਮਰਤਾ ਨਾਲ ਵਰਤੇ। ਸਾਰੇ ਲੋਕ ਹੈਰਾਨ ਸਨ ਕਿ ਇਹ ਅਚਰਜ ਖੇਡ ਕੀ ਵਰਤ ਗਈ, ਜੋ ਇਸ ਦਾ ਸੁਭਾਅ ਅਜਿਹਾ ਵਟੀਚ ਗਿਆ। ਤਾਂ ਕੀ ਹੋਇਆ ਕਿ ਜਦੋਂ ਕੀ ਉਹ ਲਗਾਤਾਰ ਕੀ ਆ, ਉਹ ਗੁਰਬਾਣੀ ਪੜ੍ਹਦਾ ਰਿਹਾ, ਪੋਥੀ ਪੜ੍ਹਦਾ ਰਿਹਾ, ਤਾਂ ਉਹਨੇ ਕਿ ਇੱਕ ਗ੍ਰੰਥੀ ਨੂੰ ਵੀ ਸਦਾ ਲਿਆ, ਜਿਹੜਾ ਕਿ ਸੀ ਪਾਠ ਕਰਦਾ ਸੀਗਾ। ਤਾਂ ਉਹਦੇ ਕੋਲ ਉਹ ਕੀ ਆ, ਜਿਹੜੇ ਸ਼ਬਦ ਦੇ ਉਹਨਾਂ ਨੂੰ ਸਮਝ ਨਹੀਂ ਆਉਂਦੇ ਸੀ, ਅਰਥ ਸਮਝ ਨਹੀਂ, ਉਹ ਉਹਨਾਂ ਦੇ ਅਰਥ ਸਮਝਣ ਲੱਗ ਗਿਆ। ਤਾਂ ਇਸ ਚੀਜ਼ ਨਾਲ ਕੀ ਉਹਦਾ ਜਿਹੜਾ ਕੀ ਹੈ, ਰਹਿਣ ਸਹਿਣ ਦਾ ਤਰੀਕਾ ਬਦਲ ਗਿਆ। ਹੁਣ ਕੀ ਸੀਗਾ, ਉਹ ਹਰੇਕ ਨੂੰ ਮਿੱਠਾ ਬੋਲਦਾ ਸੀਗਾ, ਹਰੇਕ ਨਾਲ ਕੀ ਆ, ਪਿਆਰ ਨਾਲ ਪੇਸ਼ ਆਉਂਦਾ। ਤਾਂ ਇਹ ਚੀਜ਼ਾਂ ਵੇਖ ਕੇ ਉਹਦਾ ਕੀ ਹੈ, ਜਿਹੜਾ ਪਹਿਲਾਂ ਬੰਦਾ ਗਾਲਾਂ ਕੱਢਦਾ ਸੀਗਾ, ਹੁਣ ਸਾਰਿਆਂ ਨੂੰ ਪਿਆਰ ਨਾਲ ਬੋਲੇ, ਤਾਂ ਸਾਰੇ ਹੈਰਾਨ ਤਾਂ ਹੋਣਗੇ। ਤਾਂ ਸਾਰੇ ਲੋਕ ਹੈਰਾਨ ਹੋਣਗੇ ਕਿ ਇਹਨੂੰ ਹੋਇਆ ਕੀ ਹੈ, ਇਹਦਾ ਸੁਭਾਅ ਕਿਵੇਂ ਵਟੀਚ ਗਿਆ, ਮਤਲਬ ਕਿ ਇਹਦਾ ਬਦਲ ਕਿਵੇਂ ਗਿਆ, ਇਹਦਾ ਜਿਹੜਾ ਸੁਭਾਅ ਸੀਗਾ। ਇਸ ਤੋਂ ਕੁਝ ਦਿਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ ਡੇਰੇ ਲਾਏ। ਤਾਂ ਥੋੜ੍ਹੇ ਸਮੇਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗੇ, ਉਹ ਦੁਬਾਰਾ ਰੋਹਤਾਸ ਦੇ ਡੇਰੇ ਆ ਗਏ। ਉਸ ਰਾਤ ਆਪ ਢਿੱਲੇ ਹੋ ਗਏ, ਦਵਾਵਾਂ ਦਰਮਲਾ ਸਭ ਅਫਲ ਗਈਆਂ। ਜਦ ਅੱਧੀ ਰਾਤ ਤੱਕ ਨੀਂਦ ਨਾ ਆਈ, ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਇਹ ਕਰਤਾਰ ਮੈਨੂੰ ਨੀਂਦ ਬਖਸ਼। ਝੱਟ ਅੱਖ ਲੱਗ ਗਈ ਅਤੇ ਸਵੇਰੇ ਰਾਜੀ ਖੁਸ਼ੀ ਉੱਠੇ। ਵਜ਼ੀਰ ਧਿਆਨ ਚੰਦ ਸਦਾ ਕੇ ਬੋਲੇ,
ਰਾਜਾ ਜੀ ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਅਤੇ ਮੈਨੂੰ ਆਰਾਮ ਬਖਸ਼ਿਆ। ਮੈਂ ਅੱਜ ਉਸ ਸਿਰਜਣਹਾਰ ਦੇ ਧੰਨਵਾਦ ਵਿੱਚ ਚਾਹੁੰਦਾ ਹਾਂ ਕਿ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦਿਆਂ। ਤਾਂ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਕੀ ਹੈ, ਥੋੜ੍ਹੇ ਬਹੁਤ ਬਿਮਾਰ ਹੋ ਗਏ ਤਾਂ ਉਹਨਾਂ ਨੇ ਅਰਦਾਸ ਕੀਤੀ ਪਰਮਾਤਮਾ ਅੱਗੇ। ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀਗੀ ਤਾਂ ਉਹਨਾਂ ਨੂੰ ਝੱਟ ਦੀ ਝੱਟ ਨੀਂਦ ਆ ਗਈ ਜਦੋਂ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਹੈ ਨਾ। ਤਾਂ ਜਦੋਂ ਸਵੇਰੇ ਉੱਠੇ, ਸਵੇਰੇ ਉਹੀ ਚੰਗੇ ਭਲੇ ਸੀਗੇ, ਖੁਸ਼ ਹੋਏ। ਜਦੋਂ ਫਿਰ ਸਵੇਰੇ ਉੱਠੇ ਤਾਂ ਉਹਨਾਂ ਨੇ ਕੀ ਕੀਤਾ, ਵਜ਼ੀਰ ਧਿਆਨ ਚੰਦ ਨੂੰ ਬੁਲਾ ਲਿਆ ਅਤੇ ਉਹਨਾਂ ਨੇ ਕਿਹਾ ਕਿ ਰਾਜਾ ਜੀ ਵਾਹਿਗੁਰੂ ਨੇ ਮੇਰੀ ਬੇਨਤੀ ਸੁਣ ਲਈ। ਤਾਂ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਰਾਜਾ ਜੀ ਪਰਮਾਤਮਾ ਨੇ ਮੇਰੀ ਬੇਨਤੀ ਸੁਣ ਲਈ ਹੈ ਕਿ ਮੈਂ ਠੀਕ ਹੋ ਗਿਆ ਅਤੇ ਹੁਣ ਮੈਂ ਇੰਨਾ ਖੁਸ਼ ਹਾਂ ਕਿ ਮੈਂ ਕਿਸੇ ਭਾਰੇ ਕੈਦੀ ਨੂੰ ਛੁਟਕਾਰਾ ਦੇ ਸਕਦਾ। ਤਾਂ ਰਾਜਾ ਬੋਲਿਆ, ਸੱਚੇ ਪਾਤਸ਼ਾਹ ਇਸ ਕਿਲ੍ਹੇ ਵਿੱਚ ਇੱਕ ਧਾੜਵੀ ਸਰਦਾਰ ਕੈਦ ਆ। ਤਾਂ ਜਿਹੜਾ ਉਹਨਾਂ ਦਾ ਵਜ਼ੀਰ ਸੀਗਾ ਉਹਨਾਂ ਨੇ ਕੀ ਬੋਲਿਆ ਕਿ ਸੱਚੇ ਪਾਤਸ਼ਾਹ ਕਿ ਇੱਕ ਕਿਲ੍ਹੇ ਦੇ ਵਿੱਚ ਇੱਕ ਧਾੜਵੀ ਸਰਦਾਰ ਕੈਦ ਹੈ। ਧਾੜਵੀ ਕਿ ਜਿਹੜਾ ਡਾਕੂ ਸੀਗਾ ਉਹ ਜਿਹੜਾ ਸਰਦਾਰ ਬਣ ਗਿਆ ਸੀ ਉਹ ਕੈਦ ਹੈ। ਉਸ ਦੀ ਜਿਹੜੀ ਕੈਦ ਉਹ ਵੀ ਕਰੜੀ ਹੈ, ਉਸ ਦੀ ਕੈਦ ਵੀ ਕਰੜੀ ਹੈ ਅਤੇ ਆਪ ਵੀ ਮਿਹਰ ਅਤੇ ਜੋ ਕਿ ਇਸ ਵੇਲੇ ਉਹ ਹੀ ਹੈ। ਤਾਂ ਜਿਹੜੀ ਤੁਹਾਡੀ ਮਿਹਰ ਹੈ, ਜਿਹੜੀ ਤੁਸੀਂ ਉਹਨੂੰ ਜਿਹਨੂੰ ਕਿਸੇ ਨੂੰ ਛੁਟਕਾਰਾ ਦੇਣਾ ਚਾਹੁੰਦੇ ਹੋ ਜੇਲ੍ਹ ਦੇ ਵਿੱਚ, ਤਾਂ ਇਸ ਵੇਲੇ ਸਿਰਫ ਤੁਸੀਂ ਉਹਨੂੰ ਦੇ ਸਕਦੇ ਹੋ ਛੁਟਕਾਰਾ, ਕਿਉਂਕਿ ਉਸ ਨੂੰ ਕੀ ਆਪਾਂ ਕਰੜੀ ਸਜ਼ਾ ਦੇ ਰੱਖੀ ਹੈ, ਸਖਤ ਸਜ਼ਾ ਦੇ ਰੱਖੀ ਹੈ। ਮਹਾਰਾਜ ਦਾ ਹੁਕਮ ਹੋ ਗਿਆ, ਜੱਟ ਕੈਦੀ ਨੂੰ ਛੁਟਕਾਰੇ ਦੀ ਖੁਸ਼ਖਬਰੀ ਸੁਣਾਈ ਗਈ ਔਰ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਤਾਂ ਉਸ ਨੂੰ ਕੀ ਹੈ, ਮਹਾਰਾਜ ਨੇ ਹੁਕਮ ਦੇ ਦਿੱਤਾ ਕਿ ਉਸ ਨੂੰ ਚਲੋ ਛੱਡ ਦਿਓ, ਹੈ ਨਾ। ਤਾਂ ਉਸ ਤੋਂ ਬਾਅਦ ਕੀ ਉਹਨੂੰ ਮਹਾਰਾਜ ਅੱਗੇ ਪੇਸ਼ ਕੀਤਾ ਗਿਆ, ਉਹਨੂੰ ਖੁਸ਼ਖਬਰੀ ਸੁਣਾ ਕੇ ਕਿ ਤੈਨੂੰ ਕੀ ਹੈ ਮਹਾਰਾਜ ਨੇ ਛੱਡ ਦਿੱਤਾ ਹੈ। ਤਾਂ ਆਪ ਨੇ ਹੱਸ ਕੇ ਪੁੱਛਿਆ, ਕਿਉਂ ਭਈ ਅਜੇ ਸਿੱਧਾ ਹੋਇਆ ਕਿ ਨਹੀਂ। ਤਾਂ ਉਹਨਾਂ ਨੂੰ ਹੱਸ ਕੇ ਪੁੱਛਿਆ ਗਿਆ ਕਿ ਵੀ ਤੂੰ ਪਹਿਲਾਂ ਨਾਲ ਸੁਧਰ ਗਿਆ ਕਿ ਨਹੀਂ ਸੁਧਰ ਗਿਆ। ਤਾਂ ਇਸ ਦੇ ਉੱਤਰ ਵਿੱਚ ਉਸ ਨੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ ਕਿਹਾ ਕਿ ਮਹਾਰਾਜ ਆਪ ਦੀ ਕਿਰਪਾ ਨਾਲ ਮੈਂ ਧਾੜਵੀ ਤੋਂ ਸਰਦਾਰ ਬਣਿਆ ਅਤੇ ਆਪ ਦੀ ਹੀ ਕੈਦ ਵਿੱਚ ਮੈਂ ਆਪਣੇ ਸੱਚੇ ਪਿਤਾ ਪਰਮੇਸ਼ਵਰ ਦੇ ਪ੍ਰੇਮ ਤੋਂ ਜਾਣੂ ਹੋਇਆ। ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ, ਮੇਰਾ ਮਨ ਵਾਹਿਗੁਰੂ ਦੇ ਵਿੱਚ ਪ੍ਰੇਮ ਵਿੱਚ ਲਗਨ ਹੈ। ਇਸ ਕੈਦ ਤੋਂ ਹੀ ਉਸ ਦੀ ਬੇਅੰਤ ਦਇਆ ਨਾਲ ਖਲਾਸੀ ਹੋਈ ਹੈ ਅਤੇ ਅੰਦਰੋਂ ਵੀ ਮਹਾਭੋਜਲ ਤੋਂ ਉਸਨੇ ਛੁਟਕਾਰਾ ਬਖਸ਼ਣਾ ਹੈ। ਤਾਂ ਕੀ ਕਹਿੰਦਾ ਇਸ ਦੇ, ਜਦੋਂ ਮਹਾਰਾਜਾ ਰਣਜੀਤ ਸਿੰਘ ਉਹਨੂੰ ਪੁੱਛਦੇ ਨੇ ਕਿ ਤੂੰ ਸਿੱਧਾ ਹੋਇਆ ਕਿ ਨਹੀਂ ਹੋਇਆ, ਤਾਂ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ ਕਿ ਕੈਦਖਾਨੇ ਦੀ ਉਹ ਸਾਰੀ ਗੱਲ ਸੁਣਾਉਂਦੇ ਨੇ ਕਿ ਉਹਦੇ ਨਾਲ ਕੀ ਕੁਛ ਹੈ। ਤਾਂ ਉਹ ਕੀ ਕਹਿੰਦੇ ਨੇ ਮਹਾਰਾਜ ਨੂੰ ਕਿ ਮਹਾਰਾਜਾ ਕਿ ਤੁਹਾਡੀ ਕਿਰਪਾ ਨਾਲ ਮੈਂ ਕੀ ਸੀਗਾ, ਧਾੜਵੀ, ਪਹਿਲਾਂ ਡਾਕੂ ਸੀਗਾ, ਧਾੜਵੀ ਡਾਕੂ ਹੁੰਦਾ ਨਾ, ਤਾਂ ਕੀ ਸੀਗਾ ਮੈਂ ਪਹਿਲਾਂ ਡਾਕੂ ਸੀਗਾ, ਤਾਂ ਡਾਕੂ ਤੋਂ ਮੈਂ ਸਰਦਾਰ ਬਣਿਆ ਅਤੇ ਸਰਦਾਰ ਤੋਂ ਬਾਅਦ ਜਦੋਂ ਫਿਰ ਮੈਂ ਤੁਹਾਡਾ ਬਾਗੀ ਹੋ ਗਿਆ ਤਾਂ ਤੁਹਾਡੀ ਕੈਦ ਦੇ ਵਿੱਚ ਆ ਕੇ ਤਾਂ ਇਸ ਜੇਲ੍ਹ ਦੇ ਵਿੱਚ ਰਹਿ ਕੇ ਮੈਨੂੰ ਸੱਚੇ ਪਿਤਾ ਪਰਮੇਸ਼ਵਰ, ਮੈਨੂੰ ਪਰਮਾਤਮਾ ਦੇ ਪ੍ਰੇਮ ਦਾ ਪਤਾ ਲੱਗਿਆ, ਮੈਂ ਉਸ ਚੀਜ਼ ਤੋਂ ਜਾਣੂ ਹੋਇਆ। ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ ਅਤੇ ਜਿਹੜਾ ਮੇਰਾ ਮਨ ਹੈ, ਜਿਹੜਾ ਮੇਰਾ ਦਿਲ ਹੈ ਵਾਹਿਗੁਰੂ ਦੀ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਹੀ ਉਸ ਦੀ ਬੇਅੰਤ ਦਇਆ ਨਾਲ ਖਲਾਸੀ ਹੋਈ ਹੈ। ਤਾਂ ਉਹਦੇ ਜਿਹੜੇ ਪਰਮਾਤਮਾ ਦੀ ਮਿਹਰ ਹੋਈ ਹੈ ਕਿ ਜਿਹੜੀ ਤੁਸੀਂ ਮੈਨੂੰ ਸਜ਼ਾ ਸੁਣਾਈ ਸੀ ਇਸ ਤੋਂ ਖਲਾਸੀ ਹੋਈ ਹੈ। ਖਲਾਸੀ ਮਤਲਬ ਰਿਹਾਈ ਹੋ ਗਈ ਮੇਰੀ, ਇਸ ਤੋਂ ਮੁਕਤੀ ਹੋ ਗਈ। ਤਾਂ ਅੰਤ ਵੀ ਮਹਾਭੋਜਲ ਤੋਂ ਉਸਨੇ ਛੁਟਕਾਰਾ ਬਖਸ਼ਣਾ। ਮਹਾਭੋਜਲ ਮਤਲਬ ਕੀ ਹੈ, ਜਿਹੜੇ ਸੰਸਾਰਿਕ ਬੰਧਨ ਨੇ, ਸੰਸਾਰਿਕ ਦੁੱਖ ਨੇ, ਤਾਂ ਉਹਨਾਂ ਤੋਂ ਕੀ ਹੈ ਪਰਮਾਤਮਾ ਨੇ ਹੀ ਮੈਨੂੰ ਛੁਟਕਾਰਾ ਦੇਣਾ। ਮਹਾਰਾਜਾ ਇਹ ਗੱਲਾਂ ਸੁਣ ਕੇ ਵੱਡਾ ਪ੍ਰਸੰਨ ਹੋਇਆ ਅਤੇ ਉਸ ਨੂੰ ਫਿਰ ਸਰਦਾਰੀ ਦੇਣ ਲੱਗਾ, ਪਰ ਉਸਨੇ ਨੱਕ ਨਾ ਧਰਿਆ, ਭਾਵ ਉਸਨੇ ਸਰਦਾਰੀ ਲੈਣੀ ਪ੍ਰਵਾਨ ਨਾ ਕੀਤੀ। ਜਦੋਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀਆਂ ਗੱਲਾਂ ਤੋਂ ਖੁਸ਼ ਹੋ ਕੇ ਉਹਨਾਂ ਨੂੰ ਫਿਰ ਸਰਦਾਰੀ ਦੇਣ ਲੱਗੇ ਤਾਂ ਉਹਨੇ ਕੀ ਹੈ ਫਿਰ ਮਨਾ ਕਰਤਾ, ਕਹਿੰਦਾ ਕਿ ਨਾ ਹੁਣ ਮੈਨੂੰ ਸਰਦਾਰੀ ਨਹੀਂ ਚਾਹੀਦੀ, ਮੈਂ ਕੀ ਹੈ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹਾਂ। ਹੁਣ ਪਿਆਰੇ ਪਾਠਕੋ, ਰਤਾ ਸੋਚੋ ਕਿ ਪਰਮੇਸ਼ਵਰ ਪੁਰ ਨਿਸ਼ਚਾ ਕਰਨਾ ਅਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਕਿੱਡੇ ਸ਼ਾਂਤੀਦਾਇਕ ਦੁੱਖ ਸੰਕਟ ਸ਼ਾਂਤੀਦਾਇਕ ਹਨ। ਤਾਂ ਕੀ ਹੈ ਕਿ ਇਹ ਆਪਾਂ ਸੋਚ ਕੇ ਦੇਖੀਏ, ਜਿਹੜੀ ਪਰਮਾਤਮਾ ਦੀ ਜਿਹੜੀ ਪੁਰ ਨਿਸ਼ਚਾ ਹੈ ਜਾਂ ਉਸਦੀ ਸੇਵਾ ਭਾਵਨਾ ਦੇ ਵਿੱਚ ਪ੍ਰਾਰਥਨਾ ਕਰਨੀ, ਤਾਂ ਆਪਾਂ ਨੂੰ ਕਿੰਨੇ ਮਨ ਦੀ ਆਪਣੀ ਕਿੰਨੀ ਸ਼ਾਂਤੀ ਮਿਲਦੀ ਹੈ। ਦੁੱਖ ਸੰਕਟ ਕਸ਼ਟ ਕੁਛ ਵੀ ਦੁਖਦਾਈ ਨਹੀਂ ਭਾਸਦੇ। ਤਾਂ ਭਾਸਦੇ ਮਤਲਬ ਕੀ ਹੈ, ਮਹਿਸੂਸ ਨਹੀਂ ਹੁੰਦੇ ਆਪਾਂ ਨੂੰ। ਕੋਈ ਵੀ ਦੁੱਖ ਸੰਕਟ ਹੈ ਆਪਾਂ ਨੂੰ ਕੀ ਹੈ ਉਹ ਮਹਿਸੂਸ ਨਹੀਂ ਹੁੰਦੇ। ਕਦੇ ਕਿਸੇ ਮਨਮਤੀਏ ਦੀ ਇਸ ਗੱਲ ਪੁਰ ਨਾ ਪਤਿਆ ਕਰੋ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ। ਤਾਂ ਕੋਈ ਵੀ ਮਨਮਤੀਏ ਮਤਲਬ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ, ਤਾਂ ਉਹਨਾਂ ਦੀ ਇਹ ਗੱਲ 'ਤੇ ਕਦੇ ਵੀ ਯਕੀਨ ਨਾ ਕਰਿਓ ਕਿ ਪ੍ਰਾਰਥਨਾ ਜਿਹੜੀ ਕਰਨੀ ਉਹ ਕੀ ਹੈ ਵਿਅਰਥ ਹੈ, ਬੇਕਾਰ ਹੈ। ਸਦਾ ਇਸ ਗੱਲ ਨੂੰ ਚੇਤੇ ਰੱਖੋ ਕਿ ਰੱਬ ਸਾਡਾ ਦਿਆਲੂ ਪਿਤਾ ਹੈ ਅਤੇ ਅਸੀਂ ਭੁੱਲਣਹਾਰ ਪੁੱਤਰ ਹਾਂ। ਤਾਂ ਕੀ ਕਹਿੰਦੇ ਨੇ ਕਿ ਜਿਹੜਾ ਰੱਬ ਹੈ, ਜਿਹੜਾ ਸਾਡਾ ਪਿਤਾ ਹੈ ਉਹ ਕੀ ਹੈ ਦਿਆਲੂ ਹੈ। ਤਾਂ ਅਸੀਂ ਕਿੰਨੇ ਵੀ ਗਲਤੀਆਂ ਕਰ ਲਈਏ, ਅਸੀਂ ਭੁੱਲਣਹਾਰ ਹਾਂ, ਅਸੀਂ ਗਲਤੀ ਕਰ ਬੈਠਦੇ, ਅਸੀਂ ਉਹਦੇ ਪੁੱਤਰ ਹਾਂ, ਪਰ ਫਿਰ ਵੀ ਜਿਹੜਾ ਪਰਮਾਤਮਾ ਹੈ, ਜਿਹੜਾ ਸਾਡਾ ਪਿਤਾ, ਉਹ ਕੀ ਹੈ ਸਾਨੂੰ ਕੀ ਹੈ ਮਾफ़ ਕਰ ਦਿੰਦਾ, ਸਾਡੀਆਂ ਗਲਤਾਂ ਨੂੰ ਸਦਾ ਦੇ ਲਈ ਦਿਲੋਂ ਵਿਸਾਰ ਦਿੰਦਾ। ਤਾਂ ਇਹ ਗੱਲ ਨੂੰ ਆਪਾਂ ਨੂੰ ਕੀ ਯਾਦ ਰੱਖਣਾ ਚਾਹੀਦਾ। ਤਾਂ ਜੈਸਾ ਬਾਲਕ ਭਏ ਸੁਭਾਏ ਲੱਖ ਅਪਰਾਧ ਕਮਾਵੇ। ਜੈਸਾ ਬਾਲਕ ਭਏ ਸੁਭਾਏ ਮਤਲਬ ਕਿ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ, ਜਿੰਨੇ ਮਰਜ਼ੀ ਅਪਰਾਧ ਕਮਾਵੇ, ਲੱਖਾਂ ਅਪਰਾਧ ਕਰ ਲਵੇ, ਜਿੰਨੇ ਮਰਜ਼ੀ ਭੁੱਲਾਂ ਕਰ ਲਵੇ, ਕਰ ਉਪਦੇਸ਼ ਝਿੜਕੈ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ। ਪਰ ਜਿਹੜਾ ਪਿਤਾ ਹੁੰਦਾ ਉਹ ਕੀ ਉਪਦੇਸ਼ ਕਰਕੇ ਜਾਂ ਝਿੜਕ ਕੇ ਉਸ ਨੂੰ ਕਿਵੇਂ ਨਾ ਕਿਵੇਂ ਉਸ ਨੂੰ ਕੀ ਸਹੀ ਰਾਹ ਵਿਖਾਉਂਦਾ ਅਤੇ ਫਿਰ ਵੀ ਉਸ ਨੂੰ ਕੀ ਮਾफ़ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦਾ। ਠੀਕ ਹੈ।
ਤਾਂ ਪਰਮੇਸ਼ਵਰ ਸਾਡੇ ਨਾਲ ਪ੍ਰੇਮ ਕਰਦਾ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਉਸ ਨਾਲ ਪ੍ਰੇਮ ਕਰਨਾ ਹੈ। ਦਸਮ ਗੁਰੂ ਜੀ ਦਾ ਵਾਕ ਹੈ। ਤਾਂ ਕੀ ਹੈ, ਪਰਮਾਤਮਾ ਕੀ ਸਾਡੇ ਨਾਲ ਪ੍ਰੇਮ ਕਰਦਾ ਹੈ, ਤਾਂ ਸਾਡੇ ਵੀ ਕੀ ਹੈ ਉਸ ਨਾਲ ਪ੍ਰੇਮ ਕਰਨਾ ਚਾਹੀਦਾ। ਅਤੇ ਇਹੀ ਜਿਹੜੀ ਕੁੰਜੀ ਹੈ, ਕੁੰਜੀ ਕਾਹਦੀ ਹੈ, ਖੁਸ਼ੀ ਦੀ, ਇਹ ਪ੍ਰਾਪਤੀ ਦੀ, ਪ੍ਰੇਮ ਦੀ, ਪਰਮਾਤਮਾ ਦੀ ਇਹੀ ਇਹ ਚਾਬੀ ਹੈ ਜੀ ਕਿ ਆਪਾਂ ਉਹਦੇ ਨਾਲ ਪ੍ਰੇਮ ਕਰੀਏ। ਦਸਮ ਗੁਰੂ ਜੀ ਦਾ ਵਾਕ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ, ਸੱਚੋ ਕਹੋ ਸੁਣ ਲੈ ਸਭ, ਕਿ ਜੋ ਮੈਂ ਕਹਿ ਰਿਹਾ ਸਾਰੇ ਸੁਣ ਲਓ। ਇਹ ਕੀ ਹੈ, ਸਭ ਸੱਚ ਹੈ। ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਮਤਲਬ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ, ਅਰਦਾਸ ਕੀਤੀ, ਉਹਨਾਂ ਨੇ ਕੀ ਹੈ, ਪ੍ਰਭੂ ਨੂੰ ਪਾ ਲਿਆ, ਪਰਮਾਤਮਾ ਨੂੰ ਉਹਨਾਂ ਨੇ ਪਾ ਲਿਆ। ਜਿਨ੍ਹਾਂ ਨੇ ਕੀ ਹੈ, ਪਰਮਾਤਮਾ ਦੀ ਰਹਿਮਤ ਨੂੰ ਸਮਝ ਲਿਆ, ਅਰਦਾਸ ਨੂੰ ਸਮਝ ਲਿਆ, ਤਾਂ ਉਹਨਾਂ ਨੇ ਕੀ ਹੈ, ਪਰਮਾਤਮਾ ਨੂੰ ਪਾ ਲਿਆ, ਉਸ ਦੇ ਪ੍ਰੇਮ ਨੂੰ ਪਾ ਲਿਆ। ਇਹ ਦੁਨੀਆ ਥੋੜ੍ਹੇ ਦਿਨ ਹੈ, ਅੰਤਰਮ ਪਰਮੇਸ਼ਵਰ ਦੀ ਦਰਗਾਹ ਚੱਲਣਾ ਹੈ, ਜਿੱਥੇ ਬੁੱਲੇ ਭਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ, ਜਾਂ ਸਦਾ ਦੀ ਖੁਸ਼ੀ, ਜਾਂ 84 ਲੱਖ ਜੂਨਾਂ ਦਾ ਨਰਕ। ਤਾਂ ਕੀ ਹੈ, ਇਹ ਜਿਹੜੀ ਆਪਣੀ ਜ਼ਿੰਦਗੀ ਹੈ ਇਸ ਦੁਨੀਆ 'ਤੇ, ਥੋੜ੍ਹੇ ਦਿਨ, ਆਪਾਂ ਜ਼ਿਆਦਾ ਦਿਨ ਨਹੀਂ ਰਹਿਣਾ। ਤਾਂ ਆਪਾਂ ਨੂੰ ਕੀ ਹੈ, ਇੱਕ ਨਾ ਇੱਕ ਦਿਨ ਆਪਾਂ ਨੂੰ ਕੀ ਪਰਮੇਸ਼ਵਰ ਮਤਲਬ ਪਰਮਾਤਮਾ ਦੇ ਕੋਲ ਆਪਾਂ ਨੂੰ ਜਾਣਾ ਹੀ ਪੈਣਾ ਹੈ, ਜਿੱਥੇ ਬੁਲੇ ਭਲੇ ਕੰਮਾਂ ਦਾ ਨਿਸਤਾਰਾ ਹੋਣਾ। ਜਿੰਨੇ ਆਪਣੇ ਮਾੜੇ ਕੰਮ ਨੇ, ਚੰਗੇ ਕੰਮ ਨੇ, ਉਹਨਾਂ ਦਾ ਕੀ ਹੈ, ਨਿਤਾਰਾ, ਮਤਲਬ ਕਿ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗੇਗਾ, ਹਿਸਾਬ ਕਿਤਾਬ ਆਪਣਾ ਉੱਥੇ ਹੀ ਹੋਵੇਗਾ। ਤਾਂ ਜਾਂ ਸਦਾ ਦੀ ਖੁਸ਼ੀ, ਜਾਂ 84 ਲੱਖ ਜੂਨਾਂ, ਜਾਂ ਨਰਕ। ਤਾਂ ਕੀ ਆ, ਉੱਥੇ ਜਾ ਕੇ ਆਪਾਂ ਨੂੰ ਕੀ ਨਿਸਤਾਰਾ ਹੋਣਾ, ਕੀ ਹਿਸਾਬ ਕਿਤਾਬ ਹੋਣਾ ਹੈ ਕਿ ਆਪਣੀ ਜਿਹੜੀ ਸਦਾ ਦੀ ਖੁਸ਼ੀ ਮਿਲੇਗੀ, ਆਪਾਂ ਨੂੰ 84 ਲੱਖ ਜੂਨਾਂ ਦਾ ਨਰਕ ਮਿਲੇਗਾ। ਮਤਲਬ ਕਿ ਆਪਾਂ ਨੂੰ ਦੁਬਾਰੇ ਕੀ ਹੈ, 84 ਲੱਖ ਜੂਨਾਂ ਭੋਗ ਕੇ ਫਿਰ ਕੀ ਹੈ, ਮਨੁੱਖ ਦਾ ਸਰੀਰ ਪ੍ਰਾਪਤ ਹੋਵੇਗਾ। ਤਾਂ ਤੇ ਭਲਾ ਇਹ ਹੈ ਕਿ ਉਸ ਪਾਪੀ ਵਾਂਗੂ ਇਸ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਖੇਪ ਲੱਦ ਲਓ। ਤਾਂ ਇਸ ਤੋਂ ਚੰਗਾ ਕੀ ਹੈ ਕਿ ਆਪਾਂ ਕੀ ਪਰਮ ਪਿਤਾ ਪਰਮਾਤਮਾ ਤੋਂ ਮਾफ़ी ਮੰਗ ਲਈਏ, ਜਾਂ ਆਪਾਂ ਉਹਨਾਂ ਦੀ ਭਗਤੀ ਦੇ ਵਿੱਚ ਲੀਨ ਹੋ ਜਾਈਏ, ਤਾਂ ਆਪਣੇ ਜਿਹੜੇ ਪਾਪ ਨੇ ਉਹ ਕੀ ਹੈ, ਮਾफ़ ਕਰ ਦੇਣਗੇ। ਜਗਤ ਦਾ ਵਿਹਾਰ ਸ਼ੁੱਧ ਰੱਖੋ ਅਤੇ ਮਨ ਕਰਤਾਰ ਵੱਲੋਂ ਰੱਖੋ ਔਰ ਸਦੀ ਪ੍ਰਾਰਥਨਾ ਕਰੋ। ਤਾਂ ਜਿਹੜਾ ਜਗਤ ਦਾ ਵਿਹਾਰ ਮਤਲਬ ਕਿ ਸੰਸਾਰ ਨਾਲ ਕੀ ਆਪਣਾ ਵਿਹਾਰ, ਜਿਹੜਾ ਬੋਲਣ ਚਾਲ ਦਾ ਤਰੀਕਾ, ਉਹ ਆਪਾਂ ਨੂੰ ਕੀ ਸਾਫ਼ ਸੁਥਰਾ ਰੱਖਣਾ ਚਾਹੀਦਾ, ਸ਼ੁੱਧ ਰੱਖਣਾ ਚਾਹੀਦਾ। ਮਨ ਕਰਤਾਰ ਵੱਲ, ਜਿਹੜਾ ਆਪਣਾ ਮਨ ਹੈ, ਜਿਹੜਾ ਆਪਣਾ ਦਿਲ, ਆਪਾਂ ਨੂੰ ਕੀ ਪਰਮਾਤਮਾ ਵੱਲ ਰੱਖਣਾ ਚਾਹੀਦਾ, ਅਤੇ ਸਦੀ ਪ੍ਰਾਰਥਨਾ ਕੀਤੀ, ਸਦਾ ਪ੍ਰਾਰਥਨਾ ਜਾਂ ਅਰਦਾਸ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹ ਸੀ ਆਪਣਾ ਲੈਸਨ। ਤਾਂ ਇਹਦੇ ਵਿੱਚ ਆਪਾਂ ਨੂੰ ਕੀ ਦੱਸਿਆ ਉਹਨਾਂ ਨੇ, ਤਾਂ ਇਹਦੇ ਵਿੱਚ ਆਪਾਂ ਨੂੰ ਡਾਕਟਰ ਬਲਵੀਰ ਸਿੰਘ ਨੇ ਇਹ ਦੱਸਿਆ ਕਿ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ। ਤਾਂ ਉਹਨਾਂ ਨੇ ਆਪਾਂ ਨੂੰ ਅਲੱਗ-ਅਲੱਗ ਉਦਾਹਰਨਾਂ ਦਿੱਤੀਆਂ ਨੇ, ਹੈ ਨਾ। ਜਦੋਂ ਭਾਈ ਵੀਰ ਸਿੰਘ ਨੇ ਖਾਲਸਾ ਟਰੱਸਟ ਸੁਸਾਇਟੀ ਦੀ ਸਥਾਪਨਾ ਕੀਤੀ, ਤਾਂ ਉਹਨਾਂ ਨੇ ਅਰਦਾਸ ਨਾਲ ਹੀ ਸ਼ੁਰੂ ਕੀਤੀ ਸੀਗੀ। ਤਾਂ ਜਿਹੜਾ ਇੰਨਾ ਵੱਡਾ ਜਿਹੜਾ ਡਾਕੂ ਸੀਗਾ ਮਹਾਰਾਜਾ ਦੀ ਕੈਦ ਦੇ ਵਿੱਚ, ਤਾਂ ਉਹ ਕਿਵੇਂ ਇੰਨੇ ਬੁਰੇ ਤੋਂ ਇੰਨਾ ਚੰਗਾ ਕਿਵੇਂ ਬਣਿਆ, ਸਭ ਕੀ ਅਰਦਾਸ ਦੀ ਕਿਰਪਾ ਨਾਲ ਹੋਇਆ। ਤਾਂ ਆਪਾਂ ਨੂੰ ਕੀ ਅਰਦਾਸ ਕਰਨੀ ਚਾਹੀਦੀ ਹੈ। ਠੀਕ ਹੈ ਬੇਟਾ।